स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ। 26 ਜਨਵਰੀ ਦੀ ਗਣਤੰਤਰ ਪਰੇਡ ਦੇਸ਼ ਅੰਦਰਲੇ ਸੱਭਿਆਚਾਰਕ, ਸਮਾਜਿਕ, ਪ੍ਰਸ਼ਾਸਕੀ ਅਤੇ ਹੋਰ ਅਨੇਕਾਂ ਖੇਤਰਾਂ ਦੀਆਂ ਪ੍ਰਾਪਤੀਆਂ ਤੇ ਭਿੰਨਤਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਅਹਿਮ ਸਾਧਨ ਬਣਦੀਆਂ ਨੇ। ਪਰ ਇਸ ਵਾਰ ਦੀ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਇੱਕ ਅਜਿਹੀ ਰੈਜੀਮੈਂਟ ਗਾਇਬ ਸੀ ਜੋ ਚਿਰਾਂ ਤੋਂ ਇਸ ਪਰੇਡ ਦੀ ਸ਼ਾਨ ਬਣਦੀ ਆਈ ਹੈ ਤੇ ਉਹ ਰੈਜੀਮੈਂਟ ਸੀ ਸਿੱਖ ਰੈਜੀਮੈਂਟ। ਜੀ ਹਾਂ, ਸਿੱਖ ਰੈਜੀਮੈਂਟ ਨੂੰ ਪਰੇਡ ਦੇ ਵਿੱਚ ਸ਼ਾਮਲ ਨਾ ਕਰਨ ਕਾਰਨ ਸਿੱਖ ਮਨਾਂ ਦੇ ਵਿੱਚ ਡੂੰਘਾ ਦੁੱਖ ਹੈ ਅਤੇ ਦੁੱਖ ਹੋਰ ਵੀ ਵੱਡਾ ਇਸ ਲਈ ਹੋ ਗਿਆ ਕਿਉਂਕਿ ਇਸ ਵਾਰ ਇਸ ਪਰੇਡ ਦੇ ਮੁੱਖ ਮਹਿਮਾਨ ਸਨ ਫਰਾਂਸ ਦੇ ਰਾਸ਼ਟਰਪਤੀ, ਜਿੱਥੇ ਦਸਤਾਰ ਦੀ ਲੜਾਈ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ। ਸਾਰਿਆਂ ਨੂੰ ਉਮੀਦ ਸੀ ਕਿ ਇਸ ਪਰੇਡ ਦੇ ਵਿੱਚ ਜਦੋਂ ਸਿੱਖ ਰੈਜੀਮੈਂਟ ਨੂੰ ਦੇਖਣਗੇ ਫਰਾਂਸ ਦੇ ਰਾਸ਼ਟਰਪਤੀ ਤਾਂ ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਆਏਗੀ ਕਿ ਹਾਂ, ਦਸਤਾਰ ਇੱਕ ਸਿੱਖ ਦੇ ਲਈ ਕੀ ਅਹਿਮੀਅਤ ਰੱਖਦੀ ਹੈ, ਦਸਤਾਰ ਦੀਆਂ ਕੀ ਪ੍ਰਾਪਤੀਆਂ ਨੇ ਅਤੇ ਸਿੱਖ ਰੈਜੀਮੈਂਟ ਦੀਆਂ ਕੀ ਪ੍ਰਾਪਤੀਆਂ ਨੇ। ਇਸ ਮੁੱਦੇ ਤੇ ਵਿਚਾਰ ਚਰਚਾ ਅੱਜ ਅਸੀਂ ਕਰਾਂਗੇ ਔਰ ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸਾਡੇ ਨਾਲ ਹਰਚਰਨ ਸਿੰਘ ਜੀ, ਮੁੱਖ ਸਕੱਤਰ SGPC ਦੇ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ। ਮਨਜਿੰਦਰ ਸਿੰਘ ਸਿੱਸਾ, ਜਨਰਲ ਸਕੱਤਰ DSGMC ਜੁੜੇ ਹੋਏ ਨੇ ਸਾਡੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ। ਔਰ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋਂ, ਪ੍ਰਧਾਨ ਆਲ ਇੰਡੀਆ ਡਿਫੈਂਸ ਬ੍ਰਦਰਹੁੱਡ ਪੰਜਾਬ ਚੈਪਟਰ ਦੇ, ਉਹ ਵੀ ਜੁੜੇ ਹੋਏ ਨੇ। ਨਾਲ ਹੀ ਮੇਜਰ AP ਸਾਂਵਰੀਆ ਸਾਹਿਬ, ਪ੍ਰਧਾਨ ਨੇ ਸਾਬਕਾ ਸੈਨਿਕ ਵਿੰਗ BJP ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਡਿਸਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਖਿਆਲ ਸੇ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਸਿੱਖ ਰੈਜੀਮੈਂਟ ਦੀਆਂ ਪ੍ਰਾਪਤੀਆਂ ਕੀ ਨੇ। ਇੱਕ ਨਜ਼ਰ ਪਾ ਲੈਣੇ ਆ, ਸਿੱਖ ਰੈਜੀਮੈਂਟ ਪੂਰੀ ਭਾਰਤੀ ਫੌਜ ਦੇ ਵਿੱਚੋਂ ਸਭ ਤੋਂ ਵਧੇਰੇ ਬਹਾਦਰੀ ਮੈਡਲ ਜਿੱਤਣ ਵਾਲੀ ਰੈਜੀਮੈਂਟ ਹੈ। ਅਜੇ ਤੱਕ ਕਿਸੇ ਵੀ ਹੋਰ ਰੈਜੀਮੈਂਟ ਨੂੰ ਇਹ ਮੁਕਾਮ ਹਾਸਲ ਨਹੀਂ ਹੋ ਸਕਿਆ। ਸਿੱਖ ਰੈਜੀਮੈਂਟ ਹੁਣ ਤੱਕ 1652 ਵੱਖ-ਵੱਖ ਚੱਕਰ ਅਤੇ ਮੈਡਲ ਜਿੱਤ ਚੁੱਕੀ ਹੈ, ਜਿਸ ਦੇ ਵਿੱਚ 73 ਵਾਰ ਮੈਡਲ, 2 ਪਰਮਵੀਰ ਚੱਕਰ, 14 ਮਹਾਵੀਰ ਚੱਕਰ, 5 ਕੀਰਤੀ ਚੱਕਰ, 2 ਅਸ਼ੋਕ ਚੱਕਰ, 68 ਵੀਰ ਚੱਕਰ, 14 ਵਿਕਟੋਰੀਆ ਕ੍ਰਾਸਿਸ ਅਤੇ 21 ਮੈਰਿਟ ਅਵਾਰਡ ਸਾਰਾਗੜ੍ਹ ਦੀ ਜੰਗ ਦੌਰਾਨ ਇਸ ਰੈਜੀਮੈਂਟ ਨੇ ਆਪਣੇ ਨਾਮ ਕੀਤੇ ਨੇ। ਸੋ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ, ਇੱਕ ਵੱਡਾ ਮਾਣ ਤੇ ਸਨਮਾਨ ਸਮੋਈ ਬੈਠੀ ਹੈ ਇਸ ਸਿੱਖ ਰੈਜੀਮੈਂਟ ਅਤੇ ਇਸ ਰੈਜੀਮੈਂਟ ਨੂੰ ਇਸ ਪਰੇਡ ਦਾ ਹਿੱਸਾ ਨਹੀਂ ਬਣਾਇਆ ਗਿਆ। ਸਮਝ ਤੋਂ ਬਾਹਰ ਹੈ ਕਿ ਆਖਰਕਾਰ ਕਿਉਂ ਨਹੀਂ ਇਸ ਸਿੱਖ ਰੈਜੀਮੈਂਟ ਨੂੰ ਹਿੱਸਾ ਬਣਾਇਆ ਗਿਆ। ਔਰ ਅੱਜ ਜਦੋਂ ਕਿਰਨ ਰਿਜੀਜੂ ਸਾਹਿਬ ਤੋਂ ਇੱਕ ਸਵਾਲ ਪੁੱਛਿਆ ਗਿਆ, ਕਿਉਂਕਿ ਪੰਜਾਬ ਦੇ ਦੌਰ ਤੇ ਨੇ ਅੰਮ੍ਰਿਤਸਰ ਦੇ ਵਿੱਚ, ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਕਿ ਆਖਰਕਾਰ ਸਿੱਖ ਰੈਜੀਮੈਂਟ ਨੂੰ ਤੁਸੀਂ ਹਿੱਸਾ ਕਿਉਂ ਨਹੀਂ ਬਣਾਇਆ, ਤਾਂ ਉਹਨਾਂ ਨੇ ਬੜਾ ਅਜੀਬ ਜਿਹਾ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਕੰਪੈਕਟ ਅਤੇ ਸੁੰਦਰ ਬਣਾਉਣ ਦੇ ਲਈ ਕਈ ਰੈਜੀਮੈਂਟਸ ਨੇ ਜਿਹੜੀਆਂ ਉਹ ਇਸ ਪਰੇਡ ਦੇ ਵਿੱਚ ਸ਼ਾਮਲ ਨਹੀਂ ਕੀਤੀਆਂ ਗਈਆਂ। ਬੜਾ ਅਜੀਬ ਜਿਹਾ ਲੱਗਿਆ ਕਿ ਸੁੰਦਰ ਬਣਾਉਣ ਦੇ ਲਈ, ਔਰ ਮੇਰੇ ਖਿਆਲ ਸੇ ਪਿਛਲੇ ਲੰਬੇ ਸਮੇਂ ਤੋਂ ਜੇ ਤੁਸੀਂ ਨਜ਼ਰ ਪਾਓ ਤਾਂ ਸਿੱਖ ਰੈਜੀਮੈਂਟ ਇਸ ਪਰੇਡ ਦਾ ਹਿੱਸਾ ਬਣਦੀ ਆਈ ਹੈ ਔਰ ਸੁੰਦਰਤਾ ਦੇ ਵਿੱਚ 4 ਚੰਦ ਇਸ ਰੈਜੀਮੈਂਟ ਨੇ ਲਗਾਏ ਨੇ। ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮਹਿਮਾਨ ਜੁੜੇ ਹੋਏ ਨੇ। ਸ਼ੁਰੂਆਤ ਹਰਚਰਨ ਸਿੰਘ ਜੀ ਹੋਰਾਂ ਤੋਂ ਕਰਦੇ ਹਾਂ, ਮੁੱਖ ਸਕੱਤਰ SGPC ਦੇ। ਹਰਚਰਨ ਸਿੰਘ ਜੀ, ਸਾਰੀ ਦੁਨੀਆ ਦੀਆਂ ਨਜ਼ਰਾਂ ਇੱਕ ਵਾਰ ਤਾਂ SGPC ਤੇ ਜ਼ਰੂਰ ਜਾਂਦੀਆਂ ਨੇ ਜਦੋਂ ਵੀ ਸਿੱਖ ਮੁੱਦੇ ਦੀ ਕੋਈ ਗੱਲ ਹੁੰਦੀ ਹੈ। ਅਸੀਂ ਇਸ ਨੂੰ ਦਸਤਾਰ ਦੇ ਨਾਲ ਜੋੜ ਕੇ ਦੇਖ ਰਹੇ ਹਾਂ। ਮੈਂ ਇਹ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ SGPC ਨੇ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਹੈ ਔਰ ਰਾਸ਼ਟਰਪਤੀ ਨੂੰ ਵੀ ਚਿੱਠੀ ਲਿਖੀ ਹੈ, ਕੀ ਮੰਗ ਕੀਤੀ, ਕੀ ਡਿਮਾਂਡ ਕੀਤੀ ਤੁਸੀਂ? देखो, सब तो पहला तो मैं ये कहूँगा जी कि एक सिख बड़ी विलक्षण कौम है। दसम पातशाह ने दस्तार साड़ी ड्रैस का हिस्सा बनाया, ये दस्तार सानू बख्शी हुई है तो असी इस दस्तार नू पा के असी बड़ा माण महसूस करते हैं जिहदे च। देखो, साडी कौम बड़ी बहादुर कौम है तो कुर्बानियां का साडा इतिहास है। ये साडी कौम का नहीं, सिख रैजीमेंट का तो खास करके इतिहास है। ठीक है, मैं तो एक छोटी जी गल करदा जी कि असी जिहड़ी चिट्ठी लिखी है प्राइम मिनिस्टर नू ते डिफेंस मिनिस्टर नू इन्हां सारियां गल्लां दा वेरवा दस्सिया है ਤੇ ਇਹ ਵੀ ਦੱਸਿਆ ਹੈ ਕਿ ਸਿੱਖ ਰੈਜੀਮੈਂਟ ਦੀਆਂ ਕੀ ਪ੍ਰਾਪਤੀਆਂ ਨੇ, ਕਦੋਂ ਦੇ ਵਿਕਟੋਰੀਆ ਕ੍ਰਾਸ ਲੈਣ ਲੱਗਿਆ। ਸਾਡੀ ਰੈਜੀਮੈਂਟਾਂ ਨੇ ਭਾਵੇਂ ਸਾਰਾਗੜ੍ਹ ਦੀ ਲੜਾਈ ਸੀ, ਭਾਵੇਂ ਅਫਗਾਨੀਆਂ ਦੀ ਲੜਾਈ ਸੀ, ਪਹਿਲੀ ਵਰਲਡ ਵਾਰ ਸੀ ਜਾਂ ਦੂਜੀ ਵਰਲਡ ਵਾਰ ਸੀ, ਜਦੋਂ ਜਾਪਾਨੀ ਵਧੀਆ ਆਉਂਦੇ ਸੀ ਤਾਂ ਸਿੱਖ ਕੌਮ ਨੇ ਬੜਾ ਕੁਝ ਕੀਤਾ। ਆਜ਼ਾਦੀ ਦੀ ਲੜਾਈ ਤੋਂ ਬਾਅਦ ਜੇ 1962 ਦੀ ਲੜਾਈ ਚਾਈਨਾ ਨਾਲ ਹੀ ਆਈ ਹੈ ਤਾਂ ਸੂਬੇਦਾਰ ਜੋਗਿੰਦਰ ਸਿੰਘ ਜੀ, ਹਰੀਪਾਲ ਕੌਸ਼ਿਕ ਤੇ ਕਈਆਂ ਨੇ ਮਹਾਂਵੀਰ ਚੱਕਰ ਕੇ ਲੈ ਕੇ ਬੜੀਆਂ ਬੁਲੰਦੀਆਂ ਨੇ ਹਾਸਲ ਕੀਤੀਆਂ। ਇਸੇ ਤਰ੍ਹਾਂ ਹੀ ਕਾਰਗਿਲ ਦੀ ਵਾਰ ਵਿੱਚ ਵੀ ਗੱਲ ਇਹ ਹੈ ਕਿ ਜਦੋਂ ਰਿਪਬਲਿਕ ਡੇ ਪਰੇਡ ਹੁੰਦੀ ਹੈ, ਮੇਰਾ ਤਾਂ ਇੱਕ ਮੋਟਾ ਜਿਹਾ ਸਵਾਲ ਹੈ ਤਾਂ ਅਸੀਂ ਆਪ ਵੇਖਦੇ ਹਾਂ ਕਿ ਸਾਡੀਆਂ ਡਿਫੈਂਸ ਦੀਆਂ ਕੀ ਤਿਆਰੀਆਂ ਨੇ, ਸਾਡੇ ਕੋਲ ਡਿਫੈਂਸ ਦੇ ਕਿਹੜੇ ਵੱਡੇ ਵੈਪਨ ਨੇ, ਸਾਡੇ ਜਹਾਜ਼ ਕਿਹੋ ਜਿਹੇ ਨੇ, ਵੱਖਰੀਆਂ ਸਟੇਟਾਂ ਦੀਆਂ ਚੰਗੀਆਂ ਤੋਂ ਚੰਗੀਆਂ ਝਾਕੀਆਂ ਦਿਖਾਉਂਦੇ ਆ। ਤੇ ਜਦੋਂ ਫੌਜ ਦੀ ਝਾਕੀ ਦਿਖਾਉਣ ਦੀ ਵਾਰੀ ਆਉਂਦੀ ਹੈ ਤਾਂ ਸਿੱਖ ਰੈਜੀਮੈਂਟਲ ਸੈਂਟਰ ਨੂੰ ਇਗਨੋਰ ਕਰਨਾ, ਸਿੱਖ ਰੈਜੀਮੈਂਟਸ ਨੂੰ ਇਗਨੋਰ ਕਰਨਾ, ਇਸ ਦਾ ਮਤਲਬ ਹੈ ਇਹ ਜਾਂ ਤਾਂ ਬਾਈ ਵੇ ਆਫ ਡਿਜ਼ਾਈਨ ਹੈ ਜਾਂ ਜਾਣਬੁੱਝ ਕੇ ਕੀਤਾ ਗਿਆ ਜਾਂ ਅਣਗਹਿਲੀ ਹੈ ਜਾਂ ਕਮਲਪੁਣਾ ਹੈ।
ਠੀਕ ਹੈ ਜੇ ਤਾਂ ਗਲਤੀ ਹੈ ਚਲੋ ਉਹ ਤਾਂ ਸੁਧਾਰੀ ਜਾ ਸਕਦੀ ਹੈ, ਤੇ ਜੇ ਕਿਸੇ ਡਿਜ਼ਾਈਨ ਨਾਲ ਕੀਤੀ ਗਈ ਹੈ ਤਾਂ ਇਹ ਬੜੀ ਮੰਦਭਾਗੀ ਗੱਲ ਹੈ। ਮੰਦਭਾਗੀ ਗੱਲ ਤੇ ਖਾਸ ਕਰਕੇ ਜਿੰਨੇ ਨੇ ਪਿਛਲੇ ਸਾਲਾਂ ਵਿੱਚ ਸਾਡਾ ਸਾਰਾ ਕੁਝ ਇਸ ਤਰ੍ਹਾਂ ਹੁੰਦਾ ਰਿਹਾ ਹੋਵੇ ਤੇ ਹੁਣ ਨਾ ਹੋਵੇ, ਤੇ ਇਹ ਕਿਹਾ ਜਾਵੇ ਕਿ ਬਾਕੀ ਯੂਨਿਟਾਂ ਨੂੰ ਵਾਰੀ ਦਿੱਤੀ ਜਾ ਸਕਦੀ ਹੈ, ਸਿਰਫ ਸਿੱਖ ਰੈਜੀਮੈਂਟ ਦੀ ਵਾਰੀ ਦਿੱਤੀ ਜਾ ਸਕਦੀ, ਇਹ ਗੱਲ ਮੰਨਣ ਵਾਲੀ ਨਹੀਂ। ਠੀਕ ਹੈ ਠੀਕ ਹੈ ਹਰ ਬੰਦਾ ਜਿਹੜਾ ਕੋਈ ਕੰਮ ਕਰਦਾ ਹੈ। ਠੀਕ ਹੈ ਹਰਚਰਨ ਸਿੰਘ ਜੀ, ਮੈਂ ਵਾਪਸ ਜ਼ਰੂਰ ਆਵਾਂਗਾ ਤੁਹਾਡੇ ਕੋਲ। ਇੱਕ ਸਵਾਲ ਜ਼ਿਹਨ ਦੇ ਵਿੱਚ ਵਾਰ-ਵਾਰ ਆਉਂਦਾ ਹੈ, ਸਾਰਿਆਂ ਦੇ ਜ਼ਿਹਨ ਦੇ ਵਿੱਚ ਆਏਗਾ। ਕਾਲੋਂ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹਨਾ, ਥੋੜਾ ਜਿਹਾ ਰੂਲ ਐਂਡ ਰੈਗੂਲੇਸ਼ਨ ਦੱਸੋ। ਕਈ ਲੋਕ ਕਹਿੰਦੇ ਨੇ ਕਿ ਰੈਜੀਮੈਂਟ ਸਵੈਪ ਕੀਤੀਆਂ ਜਾਂਦੀਆਂ ਨੇ ਹਰ ਸਾਲ, ਕਦੇ ਕਿਸੇ ਰੈਜੀਮੈਂਟ ਨੂੰ ਲਿਆ ਜਾਂਦਾ ਹੈ, ਉਦਾਹਰਨ ਦੇ ਤੌਰ ਤੇ ਕਦੇ ਗੋਰਖਾ ਰੈਜੀਮੈਂਟ ਨੂੰ ਪਾਇਆ ਜਾਂਦਾ ਹੈ, ਕਦੇ ਸਿੱਖ ਰੈਜੀਮੈਂਟ ਨੂੰ ਪਾਇਆ ਜਾਂਦਾ ਹੈ। ਇਹ ਸਵੈਪਿੰਗ ਹਰ ਸਾਲ ਹੁੰਦੀ ਹੈ, ਇਸ ਦੇ ਵਿੱਚ ਸੱਚਾਈ ਹੈ? ਹਾਂਜੀ, ਤਕਰੀਬਨ 22-24 ਰੈਜੀਮੈਂਟ ਨੇ ਆਪਣੇ ਫੌਜ ਦੀਆਂ ਜੀ, ਤੇ ਉਹਦੇ ਵਿੱਚ ਇਹ ਸਿਲੈਕਸ਼ਨ ਹੁੰਦੀ ਹੈ ਕਿ ਕਿਹੜੀ ਰੈਜੀਮੈਂਟ ਨੇ ਕਦੋਂ ਹਿੱਸਾ ਲੈਣਾ ਹੈ। ਤਕਰੀਬਨ 1 ਸਾਲ 1.5 ਸਾਲ ਪਹਿਲਾਂ ਸੂਚਿਤ ਕਰ ਦਿੱਤਾ ਜਾਂਦਾ ਹੈ। ਠੀਕ ਹੈ ਜੀ, ਤੇ ਉਹਦੇ ਮੁਤਾਬਕ ਉਹ ਤਿਆਰੀ ਕਰਕੇ ਰੈਜੀਮੈਂਟਾਂ ਆਉਂਦੀਆਂ ਨੇ। ਮਗਰ ਇੱਕ ਕਿਸਮ ਦਾ ਜਿਹੜਾ ਕਿ ਅਸੀਂ ਇਮੇਜ ਪ੍ਰੋਜੈਕਟ ਕਰਦੇ ਹਾਂ ਦੇਸ਼ ਦਾ, ਪੂਰੇ ਸਮੁੱਚੇ ਦੇਸ਼ ਦਾ ਸ਼ਕਤੀ ਪ੍ਰਦਰਸ਼ਨ ਕਰਦੇ ਹਾਂ ਜੀ, ਉਹਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਦੇਖਣੀ ਬਹੁਤ ਜ਼ਰੂਰੀ ਹੁੰਦੀ ਹੈ। ਮਿਸਾਲ ਦੇ ਤੌਰ ਤੇ ਜੀ, ਸਿੱਖ ਰੈਜੀਮੈਂਟ ਪਿਛਲੇ ਸਾਲ ਸਭ ਤੋਂ ਅਵਲ ਰਹੀ ਸੀ। ਫਸਟ ਪ੍ਰਾਈਜ਼ ਇੱਕ ਹੋਰ ਰੈਜੀਮੈਂਟ ਨਾਲ ਸ਼ੇਅਰ ਕੀਤਾ ਗਿਆ ਸੀ। ਠੀਕ ਹੈ, ਇੱਕ ਬਹੁਤ ਸੁਨਹਿਰੀ ਮੌਕਾ ਹੁੰਦਾ ਹੈ ਆਪਣੇ ਦੇਸ਼ ਦੇ ਹਾਕਮਾਂ ਵਾਸਤੇ ਜੀ, ਆਪਣੀ ਸ਼ਕਤੀ ਪ੍ਰਦਰਸ਼ਨ ਤੇ ਉਹਦੇ ਵਿੱਚ ਫੌਜ ਦਾ ਪ੍ਰਦਰਸ਼ਨ। ਜਦੋਂ ਕਿ ਅਸੀਂ ਬਾਹਰਲੇ ਮੁਲਕ ਦੇ ਖਾਸ ਤੌਰ ਤੇ ਜੀ, ਇੱਕ ਮੁੱਖ ਮਹਿਮਾਨ ਹਾਜ਼ਰ ਹੁੰਦੇ ਨੇ, ਉਹਨਾਂ ਦੇ ਸਾਹਮਣੇ ਦੱਸਣ ਵਾਸਤੇ ਕਿ ਸਾਡੀ ਕੀ ਸ਼ਕਤੀ ਹੈ, ਸਾਡੀ ਕੀ ਸੋਚ ਹੈ, ਅਸੀਂ ਕਿਸ ਤਰ੍ਹਾਂ ਡਿਵੈਲਪਮੈਂਟ ਕਰ ਰਹੇ ਹਾਂ, ਕਿਸ ਤਰ੍ਹਾਂ ਤਰੱਕੀ ਕਰ ਰਹੇ ਹਾਂ, ਸਾਡਾ ਸੱਭਿਆਚਾਰ, ਸਾਡੀਆਂ ਬਾਕੀ ਪ੍ਰਾਪਤੀਆਂ ਕੀ ਨੇ। ਤੇ ਉਹਦੇ ਵਿੱਚ ਇਹ 'ਚ ਕੋਈ ਸ਼ੱਕ ਨਹੀਂ ਕਿ ਇਹ ਵਿੱਚ ਕਈ ਵਾਰੀ ਬਦਲੀ ਕਰਦੇ ਰਹਿੰਦੇ ਨੇ। ਠੀਕ ਹੈ, ਮਗਰ ਗੱਲ ਇਹ ਵੇ ਕਿ ਇਸ ਟਾਈਮ ਦੇ ਵਿੱਚ ਸਿੱਖ ਰੈਜੀਮੈਂਟ ਤੇ ਸਿੱਖ ਲਾਈਟ ਇਨਫੈਂਟਰੀ, ਸਿੱਖ ਹਲਾਈ, ਦੋਵੇਂ ਸਿੱਖ, ਉਹ ਦੋਵੇਂ ਗੈਪ ਸਨ। ਵਿਸ਼ੇਸ਼ ਤੌਰ ਤੇ ਮੈਂ ਜ਼ਿਕਰ ਕਰਨਾ ਚਾਹਾਂਗਾ ਜਦੋਂ ਕਿ ਫਰਾਂਸ ਦੇ ਰਾਸ਼ਟਰਪਤੀ ਹਾਜ਼ਰ ਸਨ। ਔਰ ਇੱਕ ਗੱਲ ਹੋਰ ਹੈ ਕਿ 124 ਟੀਏ ਬਟਾਲੀਅਨ ਸਿੱਖ ਬਟਾਲੀਅਨ ਹੈ ਜੀ, ਜਿਹੜੀ ਕਿ ਚੁਣੀ ਗਈ ਸੀ ਇਸ ਪਰੇਡ 'ਚ ਹਿੱਸਾ ਲੈਣ ਵਾਸਤੇ। ਠੀਕ ਹੈ, ਔਰ ਰਿਹਰਸਲ ਤਾਂ 3 ਮਹੀਨੇ ਪਹਿਲਾਂ ਸ਼ੁਰੂ ਹੋ ਗਈ ਸੀ। ਹੁਣ ਉਹਦਾ ਨਾਂ ਕੱਟ ਕੇ ਉਹ ਸਿੱਖ, ਬਾਕੀ ਸਿੱਖ ਰੈਜੀਮੈਂਟ ਦੀ ਗੱਲ ਛੱਡ ਦਿਓ, ਮੈਂ ਟੀਏ ਬਟਾਲੀਅਨ ਸਿੱਖ ਰੈਜੀਮੈਂਟ ਟੀਏ ਬਟਾਲੀਅਨ ਜੀ, ਉਹਦਾ ਨਾਂ ਕੱਟ ਕੇ ਜੇ ਤੁਸੀਂ ਹੁਣ ਫਰਾਂਸ ਦੀ ਟੁਕੜੀ ਨੂੰ ਪਾਤਾ ਹੈ, ਤੇ ਅਸੀਂ ਕੀ ਦੱਸਣਾ ਚਾਹੁੰਦੇ, ਕੀ ਦੱਸਣਾ ਚਾਹੁੰਦੇ ਹਾਂ? ਬਿਲਕੁਲ ਠੀਕ ਹੈ, ਬੇਸ਼ੱਕ ਠੀਕ ਹੈ। ਇਸ ਟਾਈਮ ਜੇ ਟਰਨ ਨਹੀਂ ਵੀ ਸੀ ਇੱਕ ਰੈਜੀਮੈਂਟ ਦੀ, ਮੰਨ ਲਿਆ ਜਾਏ ਤਾਂ ਪਾਈ ਜਾਣੀ ਚਾਹੀਦੀ ਸੀ। ਵਿਸ਼ੇਸ਼ ਮੌਕਾ ਸੀ ਜਦੋਂ ਕਿ ਅਸੀਂ ਉਹ ਫਰਾਂਸ ਦੀ ਜਿਹੜੀ ਟੁਕੜੀ ਪਰੇਡ ਕਰਨ ਵਾਸਤੇ ਆਈ, ਉਹਦੇ ਨਾਲ ਦੇ ਨਾਲ ਅਸੀਂ ਆਪਣਾ ਸਿੱਖ ਰੈਜੀਮੈਂਟ ਦੀ ਵੀ ਟੁਕੜੀ ਦਾ ਪ੍ਰਦਰਸ਼ਨ ਕਰਦੇ, ਤਾਂ ਕਿ ਫਰਾਂਸ ਦੇ ਰਾਸ਼ਟਰਪਤੀ ਨੂੰ ਪਤਾ ਲੱਗਦਾ ਕਿ ਉਹਦੇ ਮੁਲਕ ਵਿੱਚ ਜਿਹੜੀ ਸਿੱਖ ਇਹ ਦਸਤਾਰ ਦਾ ਜਿਹੜਾ ਉੱਥੇ ਹੁਣ ਉਹਨਾਂ ਨੂੰ ਭੁਲੇਖੇ ਭਰਮ ਪੈ ਰਹੇ ਨੇ। ਇਸ ਵੇਲੇ ਦਾ ਮਤਲਬ ਕਿ 26 ਜਨਵਰੀ ਵਾਲ ਦੇ ਪੂਰਾ ਫਰਾਂਸ ਦੇਖ ਰਿਹਾ ਸੀ ਕਿ ਉਹਨਾਂ ਦੇ ਰਾਸ਼ਟਰਪਤੀ ਉੱਥੇ ਨੇ ਤੇ ਕਿਦਾਂ ਪਰੇਡ ਚੱਲ ਰਹੀ ਹੈ। ਠੀਕ ਹੈ, ਠੀਕ ਹੈ, ਪਤਾ ਲੱਗਦਾ ਬਿਲਕੁਲ ਕਿ ਫਰਾਂਸ ਦੀ ਟੁਕੜੀ ਤੇ ਸਿੱਖ ਰੈਜੀਮੈਂਟ ਦੀ ਟੁਕੜੀ ਦੋਨੋਂ ਬਰਾਬਰ ਕਿਸ ਤਰ੍ਹਾਂ ਦੇ ਪਰਫਾਰਮੈਂਸ ਕਰਦੀ ਹੈ, ਔਰ ਉਹਨਾਂ ਦੀ ਕੀ ਅਹਿਮੀਅਤ ਹੈ, ਉਹਨਾਂ ਦਾ ਕੀ ਇਤਿਹਾਸ ਹੈ, ਉਹਨਾਂ ਦਾ ਕੀ ਪਿਛੋਕੜ ਹੈ, ਉਹਨਾਂ ਦੀ ਕੀ ਵਿਰਾਸਤ ਹੈ, ਉਹਨਾਂ ਦੀ ਕੀ ਪ੍ਰਾਪਤੀਆਂ ਨੇ, ਉਹ ਪਤਾ ਕਰਨਾ ਚਾਹੀਦਾ ਸੀ। ਉਹਦੇ ਵਿੱਚ ਮੈਂ ਸਮਝਦਾ ਜਿਹੜੀ ਕੁਤਾਹੀ ਵੱਡੀ ਹੋਈ ਹੈ, ਜਿਹੜੀ 124 ਟੀਏ ਬਟਾਲੀਅਨ ਜਿਹਨੂੰ ਪਹਿਲਾਂ ਸਿਲੈਕਟ ਕੀਤਾ ਗਿਆ ਉਹ ਚ ਪਰੇਡ ਉਹਨੂੰ ਨਿਕਾਲਿਆ ਗਿਆ। ਠੀਕ ਹੈ ਸਾਵਰੀਆ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਵੱਡੀ ਮਿਸਟੇਕ ਹੋਈ ਹੈ ਜੇ ਅਸੀਂ ਇਹ ਵੀ ਕਹਿ ਦਈਏ ਕਿ ਸਿੱਖ ਰੈਜੀਮੈਂਟ ਦੀ ਵਾਰੀ ਨਹੀਂ ਸੀ ਇਸ ਵਾਰ, ਤਾਂ ਵੀ ਉਹਨਾਂ ਨੂੰ ਪਾਣਾ ਚਾਹੀਦਾ ਸੀ, ਕਿਉਂਕਿ ਸਾਨੂੰ ਪਤਾ ਸੀ ਸਾਡੇ ਮੁੱਖ ਮਹਿਮਾਨ ਜਿਹੜੇ ਨੇ ਫਰਾਂਸ ਦੇ ਰਾਸ਼ਟਰਪਤੀ ਨੇ, ਇੱਕ ਬਹੁਤ ਚੰਗਾ ਮੌਕਾ ਅਸੀਂ ਗਵਾ ਨਹੀਂ ਲਿਆ ਆਪਣੀ ਦੇਸ਼ ਦੀ ਪ੍ਰਤਿਸ਼ਠਾ ਔਰ ਖਾਸ ਤੌਰ ਤੇ ਸਿੱਖ ਮਾਣ ਸਨਮਾਨ ਨੂੰ ਪੂਰੀ ਦੁਨੀਆ ਦੇ ਵਿੱਚ ਦਿਖਾਉਣ ਦੇ ਲਈ। ਹਰਪ੍ਰੀਤ ਜੀ ਇਹ ਤੋਂ ਪਹਿਲੇ ਕਿ ਮੈਂ ਡਿਬੇਟ ਤੋਂ ਅੱਗੇ ਚਲਾਂ, ਸਭ ਤੋਂ ਪਹਿਲੇ ਮੈਂ ਆਪ ਜੀ ਨੂੰ ਇਹ ਦੱਸ ਦੇਣਾ ਚਾਹਦਾ ਕਿ ਸਾਡੀ ਹਿੰਦੁਸਤਾਨ ਦੀ ਫੌਜਾਂ, ਚਾਹੇ ਉਹ ਆਰਮੀ ਹੋਏ, ਚਾਹੇ ਉਹ 에ਅਰ ਫੋਰਸ ਹੋਏ, ਚਾਹੇ ਨੇਵੀ ਹੋਏ, ਉਹ ਕਿਸੇ ਕਾਸਟ, ਕ੍ਰੀਡ, ਰਿਲੀਜਨ ਤੇ ਬਹੁਤ ਉੱਪਰ ਹੈ। ਇਹ ਜਿਹੜੀ ਡਿਬੇਟ ਤੁਸੀਂ ਅੱਜ ਲਈ ਹੈ, ਓਕੇ ਠੀਕ ਹੈ ਫॉर डिबेट वास्ते, पर ਮੈਨੂੰ ਲੱਗਦਾ कि एंड रिजल्ट भी बहुत चंगा निकलूगा। हमारी फौज का एक ही धर्म है कि नेशन एंड नेशन, राष्ट्र एंड राष्ट्र। ठीक है,
मैं इसमें कोई कोताही नहीं है, देयर इज नो टू वेज दैट पंजाब सिख रेजिमेंट और सिख रेजिमेंट दी वैलिडिटी जो बहादुरी है उन्होंने कोई भी डिनाई नहीं कर सकता। लेकिन ये कहना है कि जी इनू जानबूझ के अनगेली की है, मुझे लगता है कि थोड़ा साइकोलॉजिकली इंपैक्ट इत्थे आया है। अदरवाइज कोई जानबूझ सिख रेजिमेंट साडे वास्ते उन्नी इंपोर्टेंट रेजिमेंट है जिन्नी डोगरा है, जिन्नी गुरखाज ने। तो टर्न वाइज ये चीज़ां नहीं ਸਾਮਰੀਆ ਸਾਹਿਬ ਕਾਲੋਂ ਸਾਹਿਬ ਨੇ ਖੁਦ ਦੱਸਿਆ ਕਿ ਇੱਕ ਸਿੱਖ ਰੈਜੀਮੈਂਟ ਨੂੰ ਹਟਾ ਕੇ ਉੱਥੇ ਫਰਾਂਸ ਦੀ ਇੱਕ ਟੁਕੜੀ ਲਗਾਈ ਜਾਂਦੀ ਹੈ, ਉਹਦੀ ਜਗ੍ਹਾ ਤੇ ਕਿਸੇ ਹੋਰ ਟੁਕੜੀ ਤੋਂ ਵੀ ਹਟਾਇਆ ਜਾ ਸਕਦਾ ਸੀ। नहीं देखिए ये तो तुसी सोचने की गल कर रहे कि सिख रेजिमेंट, ये तो बड़े फखर की गल है कि पहली बार एक फॉरेन कंट्री दी आर्मी दी टुकड़ी साडे कोल परेड कदम तो कदम मिला करके आज चली। ये सिर्फ एक सोचने की गल है। ये क्यों सोचते हैं कि साडी सिख एक ही वो जड़ी सिख टीए हटा ली गई उतों, इसके पीछे कोई भी बुरी मनसा नहीं ने। इट इज़ ए रूटीन प्रोसेस कि उत्थे जो प्रैक्टिस कर दी जा। कई बार बहुत सारे डिसीजन असी लेने होंदे ने आर्मी विच, बट इस तरह की गल करके असी जवानों नूं की मैसेज देना चाहते ने? साडी आर्मी बिल्कुल भी कास्ट क्रीड तो बहुत ऊपर है। और मैं सैल्यूट करदा साडे सिख रेजिमेंट दे जवानों नूं, जिन्ने वीर चक्कर जिन्नी बहादुरी दे तगमे इन्हां नूं मिले ने, ਉਹ ਕੋਈ ਉਹ ਨਕਾਰ ਨਹੀਂ ਕਰਦੇ। ਸਾਮਰੀਆ ਸਾਹਿਬ ਤੁਸੀਂ ਦੂਜੇ ਪਾਸੇ ਕਿਉਂ ਨਹੀਂ ਦੇਖ ਰਹੇ? ਦੂਜੇ ਪਾਸੇ ਤੁਸੀਂ ਇਸ ਗੱਲ ਨੂੰ ਇਗਨੋਰ ਕਿਉਂ ਕਰ ਰਹੇ ਹੋ? ਫਰਾਂਸ ਦੇ ਵਿੱਚ ਸਾਡੀ ਦਸਤਾਰ ਦੀ ਲੜਾਈ ਚੱਲ ਰਹੀ ਹੈ, ਫਰਾਂਸ ਦੇ ਵਿੱਚ ਦਸਤਾਰ ਤੇ ਪਾਬੰਦੀ ਲੱਗੀ ਹੋਈ ਹੈ। ਇਹ ਸਾਡੇ ਕੋਲ ਇੱਕ ਗੋਲਡਨ ਅਪਰਚੂਨਿਟੀ ਸੀ ਜਦੋਂ ਅਸੀਂ ਫਰਾਂਸ ਨੂੰ ਇਹ ਦਿਖਾ ਸਕਦੇ ਸੀ ਕਿ ਦਸਤਾਰ ਦੀ ਮਹੱਤਤਾ ਕੀ ਹੈ। ਦਸਤਾਰ ਇੱਕ ਸਿੱਖ ਦੇ ਲਈ ਕੋਈ 5 ਜਾਂ 6 ਮੀਟਰ ਦਾ ਕੱਪੜਾ ਨਹੀਂ ਹੈ, ਉਹਦੇ ਸਰੀਰ ਦਾ ਅੰਗ ਹੈ। ਇਹ ਅਪਰਚੂਨਿਟੀ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਖੋ ਦਿੱਤੀ ਹੈ? नहीं, मैं इनू बिल्कुल डिबेट नहीं कर रहा कि दस्तार सिख वास्ते और साडे बाकी सबा वास्ते भी बहुत ही इज्जत दा मामला है। ये शरीर दा हिस्सा है सिख वास्ते। बट ये कहना कि जी आज ही असी फ्रांस दे प्रधान जी नू जे असी परेड करा देंदे तो दस्तार दी महत्ता आ जांदी। नहीं, दस्तार दी महत्ता तुसी इनू छोटी जी महत्ता समझ रहे हो, दस्तार दी महत्ता तो बहुत सर्वव्यापी है। इनू अगर जब डिबेट ते लेके जावांगे तो परेड तो बहुत छोटी जी चीज है जिन्हों असी सिरसा साहब कुछ कहना चाहते हैं। सिरसा साहब कि बहुत सारे मुल्कां देखिए ਆਪਾਂ ਇਹ ਸਾਰੀਆਂ ਗੱਲਾਂ ਤੇ ਆਪਾਂ ਹੁਣ ਜੋ ਮਰਜ਼ੀ ਕਹੀਏ, ਲੇਕਿਨ ਇੱਕ ਸਹੀ ਮੈਨੇ 'ਚ ਜੇ ਆਪਾਂ ਇਸ ਗੱਲ ਦਾ ਸਾਰਾ ਨਿਚੋੜ ਕੱਢੀਏ, ਆਪਾਂ ਬਹੁਤ ਵੱਡੀ ਓਪਰਚੁਨਿਟੀ ਨੂੰ ਗਵਾ ਲਿਆ। ਸਟ੍ਰੈਟਜੀਕਲੀ ਆਪਾਂ ਬਹੁਤ ਵੱਡਾ ਫੇਲ ਹੋਏ ਆ ਇਸ ਮਾਮਲੇ ਦੇ ਅੰਦਰ। ਜਦੋਂ ਆਪਾਂ ਇਹ ਗੱਲ ਕਰਦੇ ਆ ਕਿ ਫਰਾਂਸ, ਆਪਾਂ ਪਹਿਲਾਂ ਤੇ ਸਮਝ ਲਈਏ ਕਿ 26 ਜਨਵਰੀ ਦੀ ਪਰੇਡ ਹੈ ਕੀ? ਪਰੇਡ ਕੀ ਆ? ਇੱਕ ਦੇਸ਼ ਆਪਣੇ ਗੌਰਵਮਈ ਇਤਿਹਾਸ ਨੂੰ ਪੇਸ਼ ਕਰਦਾ ਆਪਣੀ ਤਾਕਤ ਨੂੰ। ਕਿਆ ਆਪਾਂ ਇਹ ਮੰਨਦੇ ਆ ਕਿ ਜਿਹੜੀ ਸਿੱਖ ਇਨਫੈਂਟਰੀਜ਼ ਨੇ, ਚਾਹੇ ਸਿੱਖ ਰੈਜੀਮੈਂਟ ਨੇ, ਕਿਆ ਉਸ ਤੋਂ ਬਿਨਾ ਉਹਨੂੰ ਪੇਸ਼ ਕੀਤਾ ਜਾ ਸਕਦਾ ਹੈ? ਮੈਂ ਕਿਸੇ ਕਾਸਟ ਰੀਜਨ 'ਚ ਪੈ ਕੇ ਗੱਲ ਨਹੀਂ ਕਰਦਾ। ਦੂਜੀ ਗੱਲ, ਜਦੋਂ ਆਪਾਂ ਇਹ ਮੰਨਦੇ ਪਏ ਆ ਕਿ ਫਰਾਂਸ ਦੇ ਰਾਸ਼ਟਰਪਤੀ ਦੇ ਹੁੰਦਿਆਂ ਫਰਾਂਸ ਦੀ ਆਪਾਂ ਟੁਕੜੀ ਦੀ ਪਰੇਡ ਇਸ ਕਰਕੇ ਕਰਾਈ ਕਿ ਸਿੰਬੋਲਿਕ ਆਪਾਂ ਇੱਕ ਮੈਸੇਜ ਦੇਣਾ ਚਾਹੁੰਦੇ ਸੀ, ਆਪਾਂ ਫਿਰ ਇਹ ਵੀ ਮੰਨ ਲਈਏ ਇਹ ਓਪਰਚੁਨਿਟੀ ਆਪਾਂ ਲਾਈਫ ਟਾਈਮ ਵਾਸਤੇ ਗਵਾ ਦਿੱਤੀ ਆ। ਜਿੱਥੇ ਆਪਣਾ ਇਹ ਸੁਣਿਆ ਖਾਲੀ ਇੱਕ ਦਸਤਾਰ ਦੀ ਆਪਣੀ ਫਰਾਂਸ ਦੀ ਲੜਾਈ ਨਹੀਂ ਖਾਲੀ, ਪਰ ਅੱਜ ਦੇਸ਼ ਵਿਆਪੀ, ਦੁਨੀਆ ਵਿਆਪੀ ਇੱਕ ਬੜਾ ਵੱਡਾ ਸੁਣਿਆ ਜਾਣਾ ਸੀ ਜਦੋਂ ਆਪਣੀ ਸਿੱਖ ਰੈਜੀਮੈਂਟ ਮਾਰਚ ਕਰ ਰਹੀ ਹੁੰਦੀ ਔਰ ਸਿੱਖ ਰੈਜੀਮੈਂਟ ਦੇ ਆਪਾਂ ਉੱਥੇ ਚੱਕਰਾਂ ਦੀ ਔਰ ਉਹਨਾਂ ਦੀ ਬਹਾਦਰੀ ਦੀਆਂ ਆਪਾਂ ਮਿਸਾਲਾਂ ਪੜ੍ਹ ਰਹੇ ਹੁੰਦੇ। ਇਹ ਦੁਨੀਆ ਦੇ ਅੰਦਰ, ਫਰਾਂਸ ਦੇ ਅੰਦਰ ਵੀ ਜਾਣਾ ਸੀ ਔਰ ਪੂਰੀ ਦੁਨੀਆ 'ਚ ਇੱਕ ਸੁਣਿਆ ਜਾਣਾ ਸੀ। ਫਿਰ ਪਤਾ ਲੱਗਣਾ ਸੀ ਕਿ ਦਸਤਾਰ ਹੈ ਕੀ। ਫਿਰ ਇਹ ਆਪਾਂ ਨੂੰ ਯਾਦ ਕਰਾ ਸਕਦੇ ਸੀ ਫਰਾਂਸ ਦੇ ਲੋਕਾਂ ਨੂੰ ਵੀ ਇਹ ਉਹੀ ਸਿੱਖ ਨੇ ਜਿਨ੍ਹਾਂ 80,000 ਸਿੱਖਾਂ ਨੇ ਫਰਾਂਸ ਦੀ ਆਜ਼ਾਦੀ ਵਾਸਤੇ ਵੀ ਲੜਾਈ ਲੜੀ ਆ, ਖਾਲੀ ਇਸ ਦੇਸ਼ ਦੀ ਨਹੀਂ, ਫਰਾਂਸ ਦੀ ਆਜ਼ਾਦੀ ਵਾਸਤੇ ਇਹਨਾਂ ਸਿੱਖਾਂ ਨੇ ਹੀ ਲੜਾਈ ਲੜੀ ਆ, ਇਹੀ ਉਹ ਸਿੱਖ ਨੇ। ਦੂਸਰੀ ਗੱਲ, ਇਹਨਾਂ ਚੋਂ ਬਹੁਤ ਸੈਂਕੜਿਆਂ ਦੀ ਤਾਦਾਦ ਦੇ ਅੰਦਰ, ਹਜ਼ਾਰਾਂ ਦੀ ਤਾਦਾਦ ਦੇ ਅੰਦਰ ਫਰਾਂਸ ਦੀ ਆਜ਼ਾਦੀ ਦੇ ਵਾਸਤੇ ਲੜਾਈ ਲੜਦਿਆਂ ਸ਼ਹੀਦ ਹੋਏ ਨੇ। ਇਹ ਸਾਰੇ ਮੌਕੇ ਆਪਾਂ ਗਵਾ ਦਿੱਤੇ ਨੇ। ਆਪਾਂ ਹੁਣ ਇਹਨੂੰ ਜੋ ਮਰਜ਼ੀ ਕਹੀਏ, ਇਹ ਮੌਕੇ ਦੁਬਾਰਾ ਨਹੀਂ ਆ ਸਕਦੇ। ਇਹ ਸੁਨਹਿਰੀ ਮੌਕਾ ਜਿਹੜਾ ਸੀਗਾ, ਆਪਾਂ ਸਟ੍ਰੈਟਜੀਕਲੀ ਵੀ ਫੇਲ ਹੋਏ ਆ ਇਸ ਮੌਕੇ ਦੇ ਅੰਦਰ। ਆਪਾਂ ਰਾਸ਼ਟਰਪਤੀ ਦੇ ਅੱਗੇ ਆਪਣੇ ਇਸ ਨੁਮਾਇਸ਼ ਨੂੰ ਬੜੀ ਵੱਡੇ ਪੱਧਰ ਤੇ ਜਿਹੜਾ ਆਪਾਂ ਦਿਖਾ ਸਕਦੇ ਸੀਗੇ ਔਰ ਉਹਦਾ ਬਹੁਤ ਵੱਡਾ ਲਾਭ ਆਪਾਂ ਨੂੰ ਮਿਲਣਾ ਸੀ। ਔਰ ਇੱਕ ਗੱਲ ਹੋਰ ਮੈਂ ਹਰਪ੍ਰੀਤ ਜੀ ਤੁਹਾਨੂੰ ਇੱਥੇ ਯਾਦ ਕਰਾ ਦਿਆਂ,
ਜਿਹੜੇ ਸਿੱਖ ਨੇ ਇਹ ਮੂਲ ਤੌਰ ਤੇ ਸਾਰੇ ਹਿੰਦੁਸਤਾਨ ਤੋਂ ਨੇ। ਸੋ ਸਿੱਖਾਂ ਦੇ ਇਹ ਖਾਲੀ ਆਰਮੀ ਨਾਲ ਨਾ ਜੋੜ ਕੇ ਦੇਖਿਆ ਜਾਵੇ ਇਸ ਗੱਲ ਨੂੰ। ਇਸ ਕਰਕੇ ਦੇਸ਼ ਦੀ ਸਰਕਾਰ ਦਾ, ਦੇਸ਼ ਦੇ ਪ੍ਰਧਾਨ ਮੰਤਰੀ ਦਾ ਇਹ ਮੌਲਿਕ ਫਰਜ਼ ਬਣਦਾ ਹੈ ਕਿ ਜਦੋਂ ਵੀ ਕੋਈ ਐਸੀ ਗੱਲ ਬਣਦੀ ਆ ਉਹ ਇਸ ਗੱਲ ਨੂੰ ਪਹਿਲਾਂ ਦੇਖਿਆ ਜਾਵੇ ਕਿ ਕਿਸ ਤਰੀਕੇ ਜਦੋਂ ਕੋਈ ਵਿਦੇਸ਼ੀ ਮਹਿਮਾਨ ਆ ਰਿਹਾ ਹੈ ਦੇਸ਼ ਔਰ ਦੁਨੀਆ ਦੇ ਅੰਦਰ ਕਿਤਨਾ ਆਪਾਂ ਇਹਨਾਂ ਲੋਕਾਂ ਦੀ ਗੱਲ ਨੂੰ ਪਹੁੰਚਾ ਸਕਦੇ, ਕਿਉਂਕਿ ਸਿੱਖ ਵਰਲਡ ਵਾਈਡ ਜਿਹੜੇ ਨੇ ਉਹ ਇੱਕ ਬਹੁਤ ਵੱਡਾ ਮੈਸੇਜ ਦਿੰਦੇ ਨੇ। ਸਾਵਰੀਆ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ ਇਸ ਮੁੱਦੇ ਤੇ। ਸਾਵਰੀਆ ਸਾਹਿਬ ਉਹੀ ਗੱਲ ਸਿਰਸਾ ਸਾਹਿਬ ਕਹਿ ਰਹੇ ਨੇ, ਉਹੀ ਗੱਲ ਸਿਰਸਾ ਸਾਹਿਬ ਕਹਿ ਰਹੇ ਨੇ ਕਿ ਮੌਕਾ, ਸੁਨਹਿਰੀ ਮੌਕਾ ਅਸੀਂ ਗਵਾ ਦਿੱਤਾ। ਲੇਕਿਨ ਆਪਾਂ ਬਹੁਤ ਵੱਡੀ ਆਪਣੀ ਸਟ੍ਰੈਟਜੀਕਲੀ ਵੀ ਹਾਰ ਹੋਈ ਆ, ਆਪਾਂ ਮਾਤ ਖਾ ਗਏ ਆ। ਔਰ ਅਗਰ ਇਹ ਜਾਣਬੁੱਝ ਕੇ ਹੈ ਜਾਂ ਬਿਨਾਂ ਜਾਣਬੁੱਝ ਕੇ, ਮੈਂ ਇਹਦੀ ਲੰਬੀ ਡਿਬੇਟ 'ਚ ਨਾ ਪੈ ਕੇ ਸਿੰਪਲ ਇੱਕ ਗੱਲ ਕਹਿਣਾ ਹੈ, ਇਹ ਆਪਾਂ ਗੋਲਡਨ ਓਪਰਚੁਨਿਟੀ ਗਵਾ ਦਿੱਤੀ ਆ ਜਿਹੜੀ ਕਿ ਦੁਬਾਰਾ ਨਹੀਂ ਆਉਣ ਵਾਲੀ। ਜੀ ਸਾਵਰੀਆ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ। ਹਰਪ੍ਰੀਤ ਜੀ, ਮੈਂ ਮੇਰੇ ਛੋਟੇ ਭਾਈ ਨੂੰ ਰਿਕੁਐਸਟ ਕਰਦਾ ਹਾਂ ਕਿ ਇਹ ਥੋੜੇ ਸੈਂਟੀਮੈਂਟਲ ਹੋ ਗਏ। ਜਿਹੜੇ 80,000 ਸਿੱਖਾਂ ਉਹ ਸਾਡੇ ਭਰਾ ਸੀ ਜਿਹੜੇ ਫਰਾਂਸ ਦੇ ਵਾਸਤੇ ਲੜੇ ਸੀ। ਇੱਕ ਟੁਕੜੀ ਦੀ ਪਰੇਡ ਕਰਨ ਨਾਲ ਕਿਆ ਉਹ 80,000 ਜਿਹੜੇ ਸਾਡੇ ਜਵਾਨ ਨਹੀਂ, ਇਹ ਜਿਹੜੇ ਕਹਿੰਦੇ ਨੇ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ इस वक्त कंट्री वास्ते अच्छी नहीं है। मैं रिक्वेस्ट ਤੁਸੀਂ ਬੋਲ ਚੁੱਕੇ ਹੋ, ਮੈਂ ਰਿਕੁਐਸਟ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਇਹ ਅਸੀਂ ਕੀ ਮੈਸੇਜ ਦੇ ਰਹੇ ਹਾਂ ਆਪਣੇ ਜਵਾਨਾਂ ਨੂੰ ਜਿਹੜੇ 15-25 ਲੱਖ ਸਰਵਿੰਗ ਜਵਾਨ। ਇਦਾਂ ਦੇ ਡਿਬੇਟ ਤੇ ਮੈਂ ਰਿਕੁਐਸਟ ਕਰਦਾ ਹਾਂ ਕਿ ਇਹ ਬੜਾ ਸੈਂਸਿਟਿਵ ਇਸ਼ੂ ਨੇ, इसको बड़ा बड़े डिलीजेंटली इसको लिया जाए। नहीं सरदार और सिख कौम के इतिहास ਨੂੰ ਸਭ ਨੂੰ ਪਤਾ ਹੈ, ਸਾਰੇ ਵਰਲਡ ਨੂੰ ਪਤਾ ਹੈ। 80,000 ਜਿਹੜੀਆਂ ਡਿਬੇਟ ਨੇ ਇਹ ਦਾ ਇਸ਼ੂ ਇਹ ਜਿਹੜੀ ਹੈ ਇਹ ਬੜਾ ਸੈਂਸਿਟਿਵ ਇਸ਼ੂ ਹੈ। 26 ਜਨਵਰੀ ਦੇ ਪਰੇਡ ਦਾ ਮੈਸੇਜ ਕੀ ਆ? 26 ਜਨਵਰੀ ਦੇ ਉੱਤੇ ਆਪਣੀ ਏਡੀ ਵੱਡੀ ਬਹਾਦਰ ਫੌਜ ਆ, ਆਪਾਂ 26 ਜਨਵਰੀ ਤੇ 4 ਟੁਕੜੀਆਂ ਦਿਖਾਉਨੇ ਆ, ਉਹ ਸਿੰਬੋਲਿਕ ਹੁੰਦੀਆਂ ਨੇ। ਮੈਸੇਜ ਹਮੇਸ਼ਾ ਸਿੰਬੋਲਿਕ ਦਿੱਤੇ ਜਾਂਦੇ ਨੇ। ਸਿੰਬੋਲਿਕ ਮੈਸੇਜ ਨੂੰ ਆਪਾਂ ਮਿਸ ਕਰ ਗਏ, ਆਪਾਂ ਇਹਨੂੰ ਨਹੀਂ ਕਹਿ ਸਕਦੇ। ਅੱਜ ਆਪਾਂ ਦੇਖੋ ਪਾਕਿਸਤਾਨ ਨੇ ਆਪਣੀ ਹਾਰ ਨੂੰ ਮੰਨਦੇ ਹੋਏ ਕਿਹਾ ਕਿ ਅਗਰ ਸਿੱਖ ਉਸ ਵੇਲੇ ਲੜਾਈ ਨੂੰ ਲੜ ਰਹੇ ਹੁੰਦੇ ਤਾਂ ਅਸੀਂ ਹਾਰ ਨਾ ਹੁੰਦੀ ਸਾਡੀ। ਇਹ ਸਿੰਬੋਲਿਕ ਮੈਸੇਜ ਹੁੰਦੇ ਨੇ। ਉਹ ਹਿੰਦੁਸਤਾਨੀ ਸੋਲਜਰ ਸੀ, ਤੁਸੀਂ ਕੀ ਮੈਸੇਜ ਦੇਣਾ? ਤੁਸੀਂ ਮੈਸੇਜ ਕੀ ਦੇਣਾ ਚਾਹਤੇ ਸਾਡੇ ਜਵਾਨਾਂ ਨੂੰ? ਇਹਨੇ ਸਾਰੇ ਜਵਾਨ ਦੇਖ ਰਹੇ ਸਾਡੀ ਡਿਬੇਟ ਨੂੰ, ਸਾਰਾ ਵਰਲਡ ਦੇਖ ਰਿਹਾ ਕਿ ਇਹ ਸਿੱਖ ਸਾਡੇ ਹਿੰਦੁਸਤਾਨੀ ਨੇ, ਇਹ ਸੋਲਜਰ ਨੇ। ਲੇਕਿਨ ਹਿੰਦੁਸਤਾਨ ਦੇ ਅੰਦਰ ਇਹ ਵਿਤਕਰਾ ਹੋਇਆ ਹੈ, ਇਹ ਡਿਸਕਸ਼ਨ ਇਹ ਬਹੁਤ ਗਲਤ ਹੈ। ਬੜੀ ਡੇਂਜਰ ਇਹ ਡਿਸਕਸ਼ਨ ਸਾਵਰੀਆ ਸਾਹਿਬ ਜੀ ਨਹੀਂ, ਮੈਂ ਸਾਰੇ ਮਹਿਮਾਨਾਂ ਨੂੰ ਰਿਕਵੈਸਟ ਕਰਦਾ, ਸਿਰਸਾ ਸਾਹਿਬ ਸਾਵਰੀਆ ਸਾਹਿਬ ਇੱਕ ਮਿੰਟ ਸਾਵਰੀਆ ਸਾਹਿਬ ਨੌਕਰੀ ਕੀਤੀ ਹੈ, ਅਸੀਂ ਕਦੀ ਸੋਚਿਆ ਨਹੀਂ ਇਹ ਸਿੱਖ ਹੈ, ਇਹ ਮੁਸਲਮਾਨ ਹੈ। ਠੀਕ ਹੈ ਸਾਵਰੀਆ ਸਾਹਿਬ ਸਾਡਾ ਡਿਬੇਟ ਦਾ ਮੁੱਦਾ, ਸਾਡੀ ਡਿਬੇਟ ਦਾ ਮੁੱਦਾ ਹੋ ਰਿਹਾ ਹੈ, ਸਾਡੀ ਡਿਬੇਟ ਦਾ ਮੁੱਦਾ ਹੋ ਰਿਹਾ ਹੈ। ਇੱਕ ਮਿੰਟ ਕਾਲੋ ਸਾਹਿਬ, ਸਾਵਰੀਆ ਸਾਹਿਬ ਮੇਰੀ ਗੱਲ ਸੁਣੋ। ਸਾਵਰੀਆ ਸਾਹਿਬ ਇੱਕ ਮਿੰਟ। ਕਾਲੋ ਸਾਹਿਬ ਸਾਡੀ ਡਿਬੇਟ ਦਾ ਮੁੱਦਾ ਇਹ ਹੈ ਕਿ ਫਰਾਂਸ ਦੇ ਵਿੱਚ ਜਿਹੜੀ ਦਸਤਾਰ ਫਰਾਂਸ ਇੱਕ ਮਿੰਟ ਕਾਲੋ ਸਾਹਿਬ ਇੱਕ ਮਿੰਟ ਦਿਓ। ਅਮਰੀਕਾ 'ਚ ਦੇਖ ਲਓ, ਬਾਕੀ ਮੁਲਕਾਂ 'ਚ ਦੇਖ ਲਓ, ਉੱਥੇ ਇੱਕ ਜਿਹੜੀ ਪਹਿਚਾਨ ਹੈ, ਇੱਕ ਦਸਤਾਰ ਦੀ ਪਹਿਚਾਨ ਨੂੰ ਮਿਸਟੇਕਨ ਆਇਡੈਂਟੀਟੀ ਦੇ ਤੌਰ ਤੇ ਭਾਵੇਂ ਅੱਤਵਾਦੀ ਹੋਣ, ਭਾਵੇਂ ਜਿਹਾਦੀ ਹੋਣ, ਭਾਵੇਂ ISIS ਹੋਵੇ, ਉਹ ਮਿਸਟੇਕਨ ਆਇਡੈਂਟੀਟੀ ਹੋ ਰਹੀ ਹੈ। ਬਹੁਤ ਸਾਰੇ ਕੇਸਿਸ ਅਮਰੀਕਾ 'ਚ ਹੋ ਰਹੇ ਨੇ, ਫਰਾਂਸ 'ਚ ਹੋ ਰਹੇ ਨੇ। ਉਹ ਪੁਰਾਣੀਆਂ ਗੱਲਾਂ ਛੱਡ ਦਿਓ, ਉਦੋਂ ਕੁਝ ਹੁਣ ਕੁਝ ਮੌਕਾ ਹੀ ਕੁਝ ਹੋ ਰਿਹਾ ਹੈ। ਗੱਲ ਇਹ ਨਹੀਂ ਹੈਗੀ, ਗੱਲ ਇਹ ਵੇ ਕਿ ਜਦੋਂ ਮੁੱਦਾ ਇੱਕ ਕੌਮੀ ਮੁੱਦਾ ਬਣ ਚੁੱਕਿਆ ਹੈ ਔਰ ਫਰਾਂਸ ਦੇ ਨਾਲ ਪਹਿਲਾਂ ਵੀ ਉਠਾਇਆ ਜਾ ਸਕਦਾ ਹੈ, ਇਹਨੂੰ ਹੋਰ ਸ਼ਕਤੀ ਮਿਲਣੀ ਸੀ ਜੇਕਰ ਕਿ ਪਹਿਲੋਂ ਵਿਚਾਰ ਕੇ ਇੱਕ ਮੁੱਦੇ ਦੇ ਤੌਰ ਤੇ ਪ੍ਰਧਾਨ ਮੰਤਰੀ ਜੀ ਉਹ ਆਪਣੇ ਕਾਊਂਟਰ ਪਾਰਟ ਨਾਲ ਫਰਾਂਸ ਦੇ ਰਾਸ਼ਟਰਪਤੀ ਨਾਲ ਇੱਕ ਮੁੱਦੇ ਦੇ ਤੌਰ ਤੇ ਲੈ ਕੇ ਗੱਲ ਕਰਦੇ ਕਿ ਜਦੋਂ ਪਰੇਡ ਦਿਖਾਈ ਜਾਂਦੀ ਤੇ ਕਹਿੰਦੇ ਨੇ ਆਏ ਸਿੱਖਾਂ ਦੀ ਪਹਿਚਾਨ। ਇੱਕ ਮਿੰਟ ਥੋੜੀ ਗੱਲ ਕਲੀਅਰ ਮੈਸੇਜ ਦੇਖੀਏ। ਹਰਪ੍ਰੀਤ ਜੀ ਡਿਬੇਟ ਨੂੰ ਥੋੜਾ ਜਿਹਾ ਇਦਾਂ ਦਾ ਕਰਕੇ ਰੱਖੀਏ ਕਿ ਹੁਣ ਤੁਸੀਂ ਇਹ ਮੈਸੇਜ ਬਹੁਤ ਗਲਤ ਦੇ ਰਹੇ ਹੋ ਜਵਾਨੋਂ। ਇੰਨੀ ਬੜੀ ਮੈਸੇਜ ਇਹ ਦੇ ਰਹੇ ਹੋ, ਨਹੀਂ ਗਲਤ ਬਾਤ ਹੈ। ਇਦਾਂ ਦੀ ਗੱਲ ਮਤ ਸੋਚੀਏ। ਖਾਲੀ ਪਰੇਡ ਨਹੀਂ ਮਿਲਦਾ, ਮੈਸੇਜ ਨਹੀਂ ਮਿਲੇਗਾ।
ਦਿੱਤਾ ਗਿਆ ਠੀਕ ਹੈ, ਬਹੁਤ ਜ਼ਿਆਦਾ ਗਲਤ ਮੈਸੇਜ ਦਿੱਤਾ ਗਿਆ ਮੈਸੇਜ ਬਿਲਕੁਲ ਨਹੀਂ ਸਾਡਾ ਸਿਰਸਾ ਸਾਹਿਬ ਇੱਕ ਮਿੰਟ ਸਿਰਸਾ ਸਾਹਿਬ ਸਿਰਸਾ ਸਾਹਿਬ ਇੱਕ ਮਿੰਟ ਮੈਸੇਜ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਨਹੀਂ ਸਾਬਰੀਆ ਸਾਹਿਬ ਮੇਰੀ ਗੱਲ ਸੁਣੋ ਸੀਰੀਅਸ ਹੋਣਾ ਚਾਹੀਦਾ ਇਸ ਮੈਸੇਜ ਬਿਲਕੁਲ ਸਾਬਰੀਆ ਸਾਹਿਬ ਇਦਾਂ ਗੱਲ ਸਮਝ ਨਹੀਂ ਆਣੀ ਸਾਬਰੀਆ ਸਾਹਿਬ ਇੱਕ ਮਿੰਟ ਸਾਬਰੀਆ ਸਾਹਿਬ ਇੱਕ ਮਿੰਟ ਸਾਬਰੀਆ ਸਾਹਿਬ ਇੱਕ ਮਿੰਟ ਇਹਦਾ ਦੀ ਡਿਬੇਟ ਨਹੀਂ ਕਰਨੀ ਨਹੀਂ ਚਾਹੀਦੀ ਅਸੀਂ ਡਿਬੇਟ ਇੱਕ ਮਿੰਟ ਕਾਲੋ ਸਾਹਿਬ ਸਾਡੀ ਡਿਬੇਟ ਜਿਹੜੀ ਹੈ ਸਾਡੀ ਡਿਬੇਟ ਸਾਡੀ ਇੱਕ ਮਿੰਟ ਉਹ ਗਲਤ ਬਾਤ ਨੇ ਸਾਡਾ ਪ੍ਰਧਾਨ ਮੰਤਰੀ ਟੇਕਅਪ ਕਰ ਰਹੇ ਨੇ ਉਹਨਾਂ ਨਾਲ ਸਾਬਰੀਆ ਸਾਹਿਬ ਪਹਿਲੇ ਮੁੱਦਾ ਸੁਣ ਲਓ ਇੱਕ ਮਿੰਟ ਕਾਲੋ ਸਾਹਿਬ ਇੱਕ ਮਿੰਟ ਸਾਡੀ ਡਿਬੇਟ ਦਾ ਮੁੱਦਾ ਇਹ ਹੈ ਕਿ ਜਦੋਂ ਫਰਾਂਸ ਦੇ ਰਾਸ਼ਟਰਪਤੀ ਇੱਥੇ ਨੇ ਜਦੋਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਫਰਾਂਸ ਦੇ ਵਿੱਚ ਪੱਗ ਤੇ ਪਾਬੰਦੀ ਲੱਗੀ ਹੋਈ ਹੈ ਦਸਤਾਰ ਤੇ ਪਾਬੰਦੀ ਲੱਗੀ ਹੋਈ ਹੈ ਤਾਂ ਅਸੀਂ ਇਸ ਮੌਕੇ ਨੂੰ ਕੈਸ਼ ਕਰ ਸਕਦੇ ਸੀ ਫਰਾਂਸ ਦੇ ਰਾਸ਼ਟਰਪਤੀ ਨੂੰ ਸਿੱਖ ਰੈਜੀਮੈਂਟ ਦਿਖਾ ਕੇ ਸਿੱਖ ਰੈਜੀਮੈਂਟ ਦੀਆਂ ਪ੍ਰਾਪਤੀਆਂ ਦਿਖਾ ਕੇ ਪੂਰੀ ਦੁਨੀਆ ਦੇ ਵਿੱਚ ਇੱਕ ਵਾਈਡ ਮੈਸੇਜ ਜਾਂਦਾ ਸਾਡਾ ਮੁੱਦਾ ਇਹ ਨਹੀਂ ਹੈ ਕਿ ਫੌਜ ਦੇ ਵਿੱਚ ਕੋਈ ਸਿੱਖ ਹੈ ਕੋਈ ਮੁਸਲਮਾਨ ਹੈ ਕੋਈ ਹਿੰਦੂ ਹੈ ਉਹਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਬਿਲਕੁਲ ਇਹ ਨਹੀਂ ਹੈ ਮੁੱਦਾ ਸਿਰਫ ਇਹ ਹੈ ਕਿ ਇੱਕ ਬਹੁਤ ਵਧੀਆ ਅਪਰਚੂਨਿਟੀ ਸੀ ਸਾਡੇ ਕੋਲ ਇੱਕ ਬਹੁਤ ਵਧੀਆ ਮੌਕਾ ਸੀ ਜਦੋਂ ਅਸੀਂ ਸਿੱਖ ਕੌਮ ਹੈ ਕੀ ਹੈ ਮਿਸਟੇਕਨ ਆਈਡੀ ਦੇ ਜਿਹੜੇ ਪੰਗੇ ਪੈਂਦੇ ਨੇ ਉਹਨਾਂ ਪੰਗਿਆਂ ਤੋਂ ਸ਼ਾਇਦ ਅਸੀਂ ਪਰਾਂ ਹੋ ਸਕਦੇ ਸੀ ਇਹ ਸਿਰਫ ਇੱਕ ਮੈਸੇਜ ਦੇਣਾ ਸੀ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਣਾ ਪਏਗਾ ਅਸੀਂ ਡਿਬੇਟ ਸਿਰਫ ਇਸੇ ਮੁੱਦੇ ਤੇ ਲੈ ਕੇ ਚੱਲਾਂਗੇ ਕਿ ਜਿਹੜੀ ਪਹਿਚਾਣ ਦੇ ਕਾਰਨ ਵਾਰ-ਵਾਰ ਨਸਲੀ ਵਿਤਕਰੇ ਨਸਲੀ ਹਮਲੇ ਹੁੰਦੇ ਨੇ ਵਿਦੇਸ਼ਾਂ ਦੇ ਵਿੱਚ ਉਸ ਨੂੰ ਦਿਖਾਉਣ ਦਾ ਇੱਕ ਚੰਗਾ ਮੌਕਾ ਜਿਹੜਾ ਖੁੰਝ ਗਿਆ ਉਸ ਮੌਕੇ ਤੇ ਅਸੀਂ ਡਿਬੇਟ ਕਰ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੀ ਗਰਮਾ ਗਰਮ ਬਹਿਸ ਜਾਰੀ ਹੈ ਇਸ ਮੁੱਦੇ ਤੇ ਕਿ ਸਿੱਖ ਰੈਜੀਮੈਂਟ ਇਸ ਵਾਰ ਪਰੇਡ ਦਾ ਹਿੱਸਾ ਕਿਉਂ ਨਹੀਂ ਬਣੀ ਸਾਡੇ ਨਾਲ ਮਹਿਮਾਨ ਜੁੜੇ ਹੋਏ ਨੇ ਹਰਚਰਨ ਸਿੰਘ ਜੀ ਮੈਂ ਤੁਹਾਡੇ ਤੋਂ ਜਾਣਨਾ ਚਾਹਨਾ ਸਾਵਰੀਆ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਇਹ ਮੁੱਦਾ ਬੜਾ ਸੈਂਸਿਟਿਵ ਹੈ ਇਸ ਮੁੱਦੇ ਨੂੰ ਇਹ ਸੁਨੇਹਾ ਨਹੀਂ ਦੇਣਾ ਚਾਹੀਦਾ ਕਿ ਸਾਡੇ ਸਿੱਖ ਰੈਜੀਮੈਂਟ ਨੂੰ ਇਹ ਲੱਗੇ ਕਿ ਸਾਨੂੰ ਜਾਣਬੁੱਝ ਕੇ ਇਸ ਪਰੇਡ ਦਾ ਹਿੱਸਾ ਨਹੀਂ ਬਣਾਇਆ ਗਿਆ ਔਰ ਇਹ ਸਵੈਪਿੰਗ ਹੁੰਦੀ ਰਹਿੰਦੀ ਹੈ ਜਿਸ ਤਰ੍ਹਾਂ ਸਾਵਰੀਆ ਸਾਹਿਬ ਨੇ ਕਿਹਾ ਕਿ ਇਸ ਨੂੰ ਜ਼ਿਆਦਾ ਗੰਭੀਰਤਾ ਦੇ ਨਾਲ ਨਹੀਂ ਲੈਣਾ ਚਾਹੀਦਾ ਤੁਸੀਂ ਕੀ ਮੰਨਦੇ ਹੋ ਇਸ ਤਰ੍ਹਾਂ ਜੀ ਹਰਪ੍ਰੀਤ ਸਿੰਘ ਜੀ ਪਹਿਲੀ ਗੱਲ ਤੇ ਹੈ ਕਿ ਮੈਨੂੰ ਕਿਸੇ ਜਿੰਨੇ ਵੀ ਡਿਬੇਟ ਹਿੱਸਾ ਲੈਣ ਵਾਲਿਆਂ ਕਿਸੇ ਦੀ ਆਵਾਜ਼ ਹੀ ਨਹੀਂ ਆਈ ਸਿਵਾਏ ਤੁਹਾਡੀ ਆਵਾਜ਼ ਦੇ ਜੀ ਇਹ ਹੁਣ ਤੁਸੀਂ ਮੈਨੂੰ ਦੱਸਿਆ ਹੈਗਾ ਕਿ ਸਵਰੀਆ ਸਾਹਿਬ ਨੇ ਕੀ ਕਿਹਾ ਤਾਂ ਮੈਨੂੰ ਪਤਾ ਲੱਗਾ ਬਟ ਐਨੀਵੇ ਤਾਂ ਇੱਕ ਗੱਲ ਦੱਸ ਦੇਵਾਂ ਸਵਰੀਆ ਸਾਹਿਬ ਇੱਕ ਬੜੇ ਭੁਲੇਖੇ 'ਚ ਗੱਲ ਕਰਦੇ ਪਏ ਨੇ ਅਸੀਂ ਇਹ ਮੁੱਦਾ ਸਿਰਫ ਇਸੇ ਕਰਕੇ ਉਠਾਇਆ ਹੈ ਕਿ ਸਾਨੂੰ ਅਣਗੌਲਿਆ ਗਿਆ ਤੇ ਉਸ ਸਮੇਂ ਜਦੋਂ ਕਿ ਅਸੀਂ ਸਿੱਖੀ ਦੀ ਗੱਲ ਕਰ ਸਕਦੇ ਸੀ ਕਿ ਸਿੱਖ ਕੀ ਹਨ ਸਿੱਖ ਦਾ ਡਿਸਪਲੇ ਕਰ ਸਕਦੇ ਸੀ ਠੀਕ ਹੈ ਦੇਖੋ ਇਹਦੇ 'ਚ ਦੋ ਤਿੰਨ ਗੱਲਾਂ ਨਜ਼ਰ ਆਉਂਦੀਆਂ ਨੇ ਸਵਰੀਆ ਸਾਹਿਬ ਤਾਂ ਐਵੇਂ ਛੋਟੀ ਜੀ ਗੱਲ ਕਰ ਗਏ ਨੇ ਇਸ ਮੁੱਦੇ ਨੂੰ ਦੂਜੇ ਪਾਸੇ ਨਹੀਂ ਲੈਣਾ ਚਾਹੀਦਾ ਸਾਡੇ ਨਾਲ ਸੋਚਣਾ ਹੈ ਇਹ ਬੇਰੁਖੀ ਵਾਲੀ ਗੱਲ ਹੈ ਸਾਨੂੰ ਕਿਉਂ ਅਣਗੌਲਿਆ ਗਿਆ ਹੈਗਾ ਤਾਂ ਮੈਂ ਤਾਂ ਕੱਲ ਦੀ ਗੱਲ ਦੱਸਦਾ ਜੀ ਤੁਹਾਨੂੰ ਕੱਲ ਦੀ ਗੱਲ ਦੱਸ ਰਿਹਾ ਜੀ ਕੱਲ ਕੈਨੇਡਾ ਦੇ ਪ੍ਰੀਮੀਅਰ ਇੱਥੇ ਆਏ ਹੋਏ ਸੀ ਠੀਕ ਹੈ ਉਹ ਇੱਥੇ ਆਏ ਸੀ ਅੰਮ੍ਰਿਤਸਰ ਅਸੀਂ 20 ਮਿੰਟ ਲਾ ਕੇ ਵੱਖਰੇ ਕਮਰੇ 'ਚ ਬੈਠ ਕੇ ਉਹਨਾਂ ਨਾਲ ਸਿੱਖਾਂ ਦੀ ਉਹ ਗੱਲ ਕੀਤੀ ਕਿ ਸਿੱਖਾਂ ਨੂੰ ਉੱਥੇ ਹੈਲਮਟ ਪਾਉਣਾ ਪੈਂਦਾ ਹੈ ਤੇ ਇਹ ਗੱਲ ਬੜੀ ਗਲਤ ਹੈ ਕਿਉਂਕਿ ਸਿੱਖ ਸਾਡਾ ਦਸਤਾਰ ਸਾਡੀ ਡਰੈਸ ਦਾ ਹਿੱਸਾ ਹੈ ਤੇ ਇੱਕ ਇਹ ਜਿਹੜੀ ਦਸਤਾਰ ਹੈ ਇਹ ਸਾਡੀ ਇਟਸੈਲਫ ਆਪਣੇ ਆਪ ਵਿੱਚ ਹੀ ਹੈਲਮਟ ਹੈ ਤੇ ਉਹਨਾਂ ਨੇ ਇੰਨੇ ਪਿਆਰ ਨਾਲ ਸਾਡੀ ਗੱਲ ਸੁਣੀ ਆਰਾਮ ਨਾਲ ਤੇ ਉਹਨਾਂ ਸਾਨੂੰ ਕਿਹਾ ਕਿ ਮੈਂ ਇਸ ਮਸਲੇ ਤੇ ਪੂਰੀ ਤਰ੍ਹਾਂ ਗੌਰ ਕਰਾਂਗੀ ਉਹਨਾਂ ਮੈਨੂੰ ਇਹ ਵੀ ਕਿਹਾ ਕਿ ਇਹ ਸਾਡਾ ਇੱਕ ਸਿਕਿਉਰਿਟੀ ਰੀਜ਼ਨ ਕਰਕੇ ਅਸੀਂ ਹੈਲਮਟ ਕੰਪਲਸਰੀ ਕੀਤਾ ਸੀ ਜੀ ਹਰਚਰਨ ਸਿੰਘ ਪਰ ਉਹਨਾਂ ਨੂੰ ਜਦੋਂ ਸਾਰੀ ਗੱਲ ਅਸੀਂ ਸਮਝਾਈ ਕਿ ਇੱਥੋਂ ਤੱਕ ਕਿ ਸਿੱਖ ਬੀਬੀਆਂ ਨੂੰ ਵੀ ਅਸੀਂ ਹੈਲਮਟ ਪਾਉਣ ਤੋਂ ਸਾਨੂੰ ਛੋਟ ਮਿਲੀ ਹੋਈ ਹੈ ਤਾਂ ਉਹ ਕਹਿਣ ਲੱਗੇ ਕਿ ਚਲੋ ਜੀ ਅਸੀਂ ਬਿਲਕੁਲ ਇਸ ਗੱਲ ਨੂੰ ਕੰਸੀਡਰ ਕਰਾਂਗੇ ਵਿਚਾਰ ਕਰਾਂਗੇ ਠੀਕ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਸਾਡੇ ਕੋਲ ਕੋਈ ਮੌਕਾ ਆਇਆ ਤਾਂ ਅਸੀਂ ਆਪਣਾ ਮੌਕਾ ਆਪਣੇ ਹੱਥੋਂ ਖਵਾਤਾ ਹੈ ਠੀਕ ਹੈ ਇਹਦਾ ਮਤਲਬ ਕੀ ਨਿਕਲਿਆ ਇਹਦਾ ਮਤਲਬ ਇਹ ਨਿਕਲਿਆ ਕਿ ਜਾਂ ਤਾਂ ਤੁਸੀਂ ਸਾਡੀ ਮੰਗ ਨੂੰ ਆਪ ਸੀਰੀਅਸਲੀ ਲੈਂਦੇ ਹੀ ਨਹੀਂ ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਸਾਡੀ ਮੰਗ ਨੂੰ ਸੀਰੀਅਸ ਲਿਆ ਹੁੰਦਾ ਤਾਂ ਇਸ ਗੱਲ ਨੂੰ ਤੁਸੀਂ ਬੜੇ ਆਰਾਮ ਨਾਲ ਡਿਸਪਲੇ ਕਰ ਸਕਦੇ ਸੀਗੇ ਠੀਕ ਹੈ ਮੈਂ ਕਾਲੋ ਸਾਹਿਬ ਤੁਹਾਡੇ ਕੋਲ ਆਉਂਗਾ ਸਾਡਾ ਮੌਕਾ ਚੰਗੇ ਭਲਾ ਤੁਸੀਂ ਮੌਕਾ ਅਸੀਂ ਖੁੰਝਾ ਦਿੱਤਾ ਸਾਡਾ ਗਿਲਾ ਸਾਡਾ ਗਰਾਊਜ਼ ਸਿਰਫ ਇਸੇ ਗੱਲ ਦਾ ਹੈਗਾ ਕਿ ਇਸ ਮੌਕੇ ਨੂੰ ਤੁਸੀਂ ਗਵਾਇਆ ਹੈਗਾ ਠੀਕ ਹੈ ਹਰਚਰਨ ਖਾਸ ਕਰਕੇ ਜਦੋਂ ਕਿ ਫਰਾਂਸ ਦੇ ਰਾਸ਼ਟਰਪਤੀ ਸਾਡੇ ਕੋਲ ਇੱਥੇ ਆਏ ਹੋਏ ਸੀ ਠੀਕ ਹੈ ਤੇ ਬਾਕੀ ਸਵਰੀਆ ਸਾਹਿਬ ਕਹਿੰਦੇ ਨੇ ਜੀ ਇਹ ਮੁੱਦੇ ਨੂੰ ਉਸ ਤਰ੍ਹਾਂ ਨਹੀਂ ਲੈਣਾ ਚਾਹੀਦਾ ਔਰ ਸਵਰੀਆ ਸਾਹਿਬ ਜੇ ਤੁਸੀਂ ਮੇਰੀ ਗੱਲ ਸੁਣਦੇ ਪਏ ਹੋ ਤਾਂ ਸਾਡੀ ਤਾਂ ਬੇਨਤੀ ਸਾਡਾ ਤਾਂ ਗਿਲਾ ਸਾਡਾ ਗਰਾਊਜ਼
ਸਾਡਾ ਤਾਂ ਇਸੇ ਕਰਕੇ ਹੀ ਹੈ, ਹੋਰ ਸਾਡਾ ਕਾਹਦਾ ਗਿਲਾ ਹੈਗਾ ਤੁਹਾਡੇ ਨਾਲ ਜੀ? ਠੀਕ ਹੈ ਦੇਖੋ ਸਾਵਰੀਆ ਗੱਲ ਇਹ ਹੈ, ਸਾਵਰੀਆ ਸਾਹਿਬ ਤਕਲੀਫਾਂ ਕੋਲੇ- ਅਸੀਂ ਕੱਟਦੇ ਹਾਂ, ਠੀਕ ਹੈ ਪਰਸੈਂਟੇਜ ਮੈਡਲ ਅਸੀਂ ਲੈਂਦੇ ਹਾਂ, ਸ਼ਹੀਦੀਆਂ ਅਸੀਂ ਪ੍ਰਾਪਤ ਕਰਦੇ ਹਾਂ, ਤੇ ਜਦੋਂ ਕੋਈ ਡਿਸਪਲੇ ਕਰਨ ਦਾ ਵੇਲਾ ਆਉਂਦਾ ਹੈ ਤਾਂ ਉਸ ਤੋਂ ਬਾਅਦ ਸਾਨੂੰ ਮਿੱਠੀ ਮਿੱਠੀ ਗੋਲੀ ਕਾਹਨੂੰ ਦਿੰਦੇ ਹੋ ਯਾਰ? ਗੱਲ ਸਿੱਧੀ ਕਰੋ ਕਿ ਗਲਤੀ ਹੋ ਗਈ ਤੁਹਾਡੇ ਕੋਲੋਂ, ਠੀਕ ਹੈ, ਅੱਗੋਂ ਠੀਕ ਨਹੀਂ ਹੈ। ਕਰੋਗੇ। ਸਾਵਰ- ਅਸੀਂ ਹੋਰ ਕੀ ਕਹਿੰਦੇ ਪਏ ਹਾਂ? ਇੰਨੀ ਛੋਟੀ ਜਿਹੀ ਤੇ ਗੱਲ ਕਰਦੇ ਪਏ ਹਾਂ ਤੁਹਾਡੇ ਨਾਲ ਯਾਰ। ਸਾਵਰੀਆ ਸਾਹਿਬ ਜਵਾਬ ਦੇਣਾ ਚਾਹੁੰਦੇ ਨੇ। ਸਾਵਰੀਆ ਸਾਹਿਬ ਨਾਲ ਇਹ ਵੀ ਹੈ ਕਿ ਇਹਦਾ ਜਿਵੇਂ ਹਰਚਰਨ ਸਿੰਘ ਜੀ ਹੋਰਾਂ ਨੇ ਕਿਹਾ ਕਿ ਪੂਰੇ ਦੇਸ਼ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਇਹ ਮੈਸੇਜ ਜਾਂਦਾ ਹੈ ਕਿ ਜਦੋਂ ਅਸੀਂ ਆਪਣੀ ਦਸਤਾਰ ਦੀ ਲੜਾਈ ਲੜ ਰਹੇ ਹਾਂ ਤਾਂ ਸਾਡੀ ਸਰਕਾਰ ਹੀ ਸ਼ਾਇਦ ਗੰਭੀਰ ਨਹੀਂ ਇਸ ਮੁੱਦੇ ਨੂੰ ਲੈ ਕੇ। ਬਿਲਕੁਲ ਗੱਲ ਹੈ ਹੀ ਇਹੀ ਜੀ। ਸੈਕਟਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜੇ ਇਸ ਸਾਲ ਉਹ ਨਹੀਂ ਦਿਖਾ ਪਾਏ ਸਿੱਖ ਰੈਜੀਮੈਂਟ ਦੀ ਪਰੇਡ, ਇਹ ਤੋਂ ਪਹਿਲੇ ਕਿੰਨੀ ਬਾਰ ਸਿੱਖ ਹਰੇਕ ਬਾਰ ਫੋਰਨ ਕੰਟਰੀ ਤੋਂ ਕੋਈ ਨਾ ਕੋਈ ਵੀਆਈਪੀ ਆ ਕੇ ਸਾਵਰੀਆ ਸਾਹਿਬ ਮੁੱਦਾ ਹੀ ਇਹ ਹੈ, ਡਿਸਕਸ਼ਨ ਦਾ ਮੁੱਦਾ ਹੀ ਇਹ ਹੈ, ਡਿਸਕਸ਼ਨ ਦਾ ਮੁੱਦਾ ਹੀ ਇਹ ਹੈ ਕਿ ਚਾਹੀਦਾ ਸੀਗਾ ਇਸ ਸਾਲ ਪਾਵਰ ਆਂਦੀ ਹੈ तो ਉੱਥੇ ਵੀ ਤਾਂ ਸਿੱਖ ਮੇਰਾ ਵੀਰ ਰੈਜੀਮੈਂਟ ਸਵਰੀਆ ਸਾਹਿਬ, ਸਾਡੀ ਗੱਲ ਹੀ ਇਹ ਹੈ ਕਿ ਅੱਜ ਫਰਾਂਸ ਦੇ ਪ੍ਰਧਾਨ ਆਏ ਸੀਗੇ, ਅਸੀਂ ਤਾਂ ਉਹਨਾਂ ਨੂੰ ਦਿਖਾਣਾ ਸੀਗਾ ਯਾਰ। ਹੱਥ ਜੋੜ ਕੇ ਬੇਨਤੀ ਕਰਦਾ ਸਮਝਦੇ ਕਿਉਂ ਨਹੀਂ ਇਸ ਗੱਲ ਨੂੰ? ਇਹ ਕੋਈ ਵੀ ਇੰਟੈਂਸ਼ਨ ਇੱਥੇ ਜੇ ਤੁਸੀਂ ਅਗਲੇ ਸਾਲ ਤੁਹਾਡਾ ਕੋਈ ਰਾਸ਼ਟਰਪਤੀ ਨਹੀਂ ਆਉਂਦਾ, ਮੰਨ ਲਓ ਤੁਸੀਂ ਨਹੀਂ ਵੀ ਦਿਖਾਉਂਦੇ, ਫਿਰ ਸਾਡਾ ਵੀ ਗਿਲਾ ਨਹੀਂ ਸੀ ਰਹਿਣਾ। ਬਹੁਤ ਹੀ ਬਹਾਦਰ ਸਵਰੀਆ ਸਾਹਿਬ ਤੁਸੀਂ ਇਸ ਗੱਲ ਨੂੰ ਰੈਜੀਮੈਂਟ ਸਮਝਣ ਨੇ, ਦੀ ਕੋਸ਼ਿਸ਼ तो ਕਰੋ। ਉਹਨੂੰ ਅਸੀਂ ਇਦਾਂ ਨਹੀਂ ਕਰੀਏ ਕਿ ਅੱਜ ਪਰੇਡ ਵਿੱਚ ਹਿੱਸਾ ਨਹੀਂ ਲਿਆ ਤਾਂ ਉਹਨਾਂ ਦੀ ਕੋਈ ਠੀਕ ਹੈ, ਚਲੋ ਠੀਕ ਹੈ ਇੱਕ ਮਿੰਟ ਕਾਲੋ ਸਾਹਿਬ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਨਾ, ਅੱਜ ਕਿਰਨ ਰਿਜੀਜੂ ਸਾਹਿਬ ਨੇ ਇੱਕ ਜਵਾਬ ਦਿੱਤਾ ਇਸ ਦਾ, ਬੜਾ ਹੈਰਾਨੀਜਨਕ ਜਵਾਬ ਲੱਗਾ। ਕਹਿੰਦੇ ਕਿ ਪਰੇਡ ਨੂੰ ਕੰਪੈਕਟ ਤੇ ਆਕਰਸ਼ਕ ਬਣਾਉਣਾ ਸੀ, ਇਸ ਕਰਕੇ ਸਿੱਖ ਰੈਜੀਮੈਂਟ ਨੂੰ ਬਾਹਰ ਰੱਖਿਆ। ਹੁਣ ਤੁਸੀਂ ਦੱਸੋ ਜੀ ਇਹ ਕੀ ਜਵਾਬ ਹੋਇਆ? ਨਹੀਂ, ਪਰੇਡ ਨੂੰ ਕੰਪੈਕਟ ਬਣਾਉਣ ਦੇ ਬੜੇ ਤਰੀਕੇ ਹੁੰਦੇ ਨੇ। ਜੇ ਉਹਨੂੰ ਥੋੜੇ ਸਮੇਂ 'ਚ ਜ਼ਿਆਦਾ ਚੀਜ਼ਾਂ ਦਿਖਾਣੀਆਂ, ਕੌਣ ਸੀ ਪ੍ਰਾਇੋਰਟੀਜ਼ ਨੇ, ਕਿਆ ਦਿਖਾਣਾ ਚਾਹੁੰਦੇ ਹਾਂ ਅਸੀਂ, ਉਹ ਬਹੁਤ ਜ਼ਰੂਰੀ ਹੈ। ਆਕਰਸ਼ਿਤ ਕਿੱਦਾਂ ਹੁੰਦਾ ਹੈ? ਤੇ ਗੱਲ ਇੱਥੇ ਨਾਲ ਇਹ ਜੁੜੀ ਹੈ ਕਿ ਇਸ ਟਾਈਮ ਦੇ ਉੱਤੇ ਪਿਛਲੀ ਵਾਰੀ ਜਦੋਂ ਬਰਾਕ ਓਬਾਮਾ ਆਏ, ਨਾਰੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ, ਬੇਸ਼ੱਕ ਗਾਰਡ ਤੇ ਸੀਗੇ ਜਾਂ ਕਿਤੇ ਪਰੇਡ 'ਚ ਸੀ, तो लेडीज ने पूरी कमांड संभाली। तो हर टाइम इस टाइम ये होना चाहिए सीगा जिहदे विच सानू लोड़ सी कि इस तो पहलों जो पता लग गया जब बुला लिया फ्रांस के राष्ट्रपति नूं और उहदे नाल की है मुद्दे ने गल उत्थे सिर्फ उत्थे हथियारां दी हवाई जहाज़ां दे नहीं मुद्दे आ भी एक अहम मुद्दा है जिहड़ा कि पूरे विश्व भर च चर्चा का विषय बनया और बहुत सारियां ਇਹੋ ਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ ਜਿਹੜੀਆਂ ਕਿ ਮਿਸਟੇਕਨ ਆਇਡੈਂਟੀਟੀ ਦੀਆਂ ਨੇ। ਇਸ ਵਾਸਤੇ ਮੁੱਦਾ ਇਹ ਨਹੀਂ ਹੈਗਾ ਕਿ ਇਸ ਟਾਈਮ ਕਿਉਂ ਨਹੀਂ ਲਿਆ ਗਿਆ, ਮੁੱਦਾ ਇਹ ਵੇ ਇਹ ਮੌਕਾ ਸੀ ਜਦੋਂ ਕਿ ਅਸੀਂ ਉਹਨੂੰ ਫਰਾਂਸ ਦੇ ਰਾਸ਼ਟਰਪਤੀ ਨੂੰ ਦੱਸ ਸਕਦੇ ਕਿ ਦੇਖੋ ਆ ਮਿਸਟੇਕਨ ਆਇਡੈਂਟੀਟੀ ਹੈ ਜਿਹਦਾ ਫਰਕ ਫਰਾਂਸ 'ਚ ਵੀ ਪੈ ਰਿਹਾ ਹੈ, ਉੱਥੇ ਵੀ ਜਿਹੜੇ ਹੁਣ ਹਮਲੇ ਹੋਏ ਨੇ ਉਹ ਕਿਉਂ ਹੋ ਰਹੇ ਨੇ ਔਰ ਇਹ 'ਚ ਕੋਈ ਸ਼ੱਕ ਨਹੀਂ ਜੋ ਸਿੱਖਾਂ ਨੇ ਆਪਣੀ ਬਹਾਦਰੀ ਦੀਆਂ ਐਗਜ਼ਾਮਪਲਾਂ ਜਿਨ੍ਹਾਂ ਦੇ ਅੱਜ ਵੀ ਜੇ ਮੈਂ ਕਹਾਂ ਇਹ ਪੂਰੇ ਵਿਸ਼ਵ ਭਰ 'ਚ ਇੱਕੋ ਇੱਕ ਘਟਨਾ ਹੈ ਜਦੋਂ ਕਿ ਬ੍ਰਿਟਿਸ਼ ਪਾਰਲੀਮੈਂਟ ਨੇ ਸਾਰਾਗੜ੍ਹੀ ਦੀ ਲੜਾਈ 'ਚ 22 ਸਿੱਖ ਫੌਜੀ ਸ਼ਹੀਦ ਹੋ ਗਏ, 21 ਪਰਮਵੀਰ ਚੱਕਰਾਂ ਦੇ ਮੁਤਾਬਕ ਇੰਡੀਅਨ ਆਰਡਰ ਆਫ ਮੈਰਿਟ ਮਿਲਿਆ, ਪੂਰੀ ਬਟਾਲੀਅਨ पूरे पार्लीमेंट खड़े होकर श्रद्धांजलि दी और आज भी वो दिन मनाया जाता है होते। बिल्कुल बिल्कुल सावरिया साहब यही गल ਅਸੀਂ ਕਹਿਣਾ ਚਾਹੁੰਦੇ ਹਾਂ। ਹੁਣ ਮੰਨਦੇ ਹੋ ਤੁਸੀਂ ਕਿ ਵਾਕਈ ਗਲਤੀ ਹੋਈ ਹੈ, ਵਾਕਈ ਗਲਤੀ ਹੋਈ ਹੈ, ਵਾਕਈ ਜਿਹੜੀ ਅਣਗਹਿਲੀ ਰਹੀ ਹੈ। ਇੰਗਲੈਂਡ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਉੱਥੇ ਸਿੱਖ ਰੈਜੀਮੈਂਟ ਖੜੀ ਕੀਤੀ ਜਾਵੇ, ਇੱਕ ਸਿੱਖ ਬਟਾਲੀਅਨ ਖੜੀ ਕੀਤੀ ਜਾਵੇ। ਠੀਕ ਹੈ, ਤੇ ਮੈਂ ਸਮਝਦਾ ਇਹ ਮੌਕਾ ਹੁਣ ਜਦੋਂ ਸੱਪ ਨਿਕਲ ਜਾਂਦਾ ਹੈ ਤੇ ਅਸੀਂ ਉਹ ਲੀਕ ਤੇ ਆਪਾਂ ਛੋਟੇ ਮਾਰਨੇ ਸ਼ੁਰੂ ਕਰ ਦਿੰਦੇ ਆ। ਇਹ ਤੇ ਤਿਆਰੀ ਪਹਿਲਾਂ ਕਰਨੀ ਚਾਹੀਦੀ ਸੀ। ਸਾਡਾ ਡੈਲੀਗੇਸ਼ਨ ਜਾਣਾ ਚਾਹੀਦਾ ਸੀ, ਉੱਥੇ ਜਾ ਕੇ ਮਿਲਣਾ ਚਾਹੀਦਾ ਸੀ। ਪ੍ਰਧਾਨ ਮੰਤਰੀ ਕਹਿਣਾ ਸੀ ਤੁਸੀਂ ਉਪਚਾਰਕ ਰੂਪ 'ਚ ਇਹ ਮੁੱਦਾ ਉਠਾਓ ਤੇ ਫਿਰ ਜਦੋਂ 26 ਜਨਵਰੀ ਤੇ ਆਉਂਦੇ ਤੇ ਆਪੇ ਪਤਾ ਲੱਗਦਾ ਸਿੱਖ ਦੀ ਕੀ ਹੋਂਦਾ ਹੈ, ਕੀ ਉਹਨਾਂ ਦੀ ਸ਼ਕਤੀ ਹੈ। ਠੀਕ ਹੈ ਬਿਲਕੁਲ ਕਾਲਾ ਸਾਹਿਬ ਸਾਵਰੀਆ ਸਾਹਿਬ ਇਹੀ ਮੁੱਦਾ ਅਸੀਂ ਕਹਿ ਰਹੇ ਹਾਂ। ਤੁਹਾਨੂੰ ਨਹੀਂ ਲੱਗਦਾ ਕਿ ਹੁਣ ਤੁਹਾਨੂੰ ਫੀਲ ਹੁੰਦਾ ਕਿ ਵਾਕਈ ਅਣਗਹਿਲੀ ਹੋਈ ਹੈ, ਵਾਕਈ ਤੁਹਾਨੂੰ ਲੱਗਦਾ ਕਿ ਇਸ ਮੁੱਦੇ ਨੂੰ ਕੈਸ਼ ਕੀਤਾ ਜਾ ਸਕਦਾ, ਇਸ ਮੌਕੇ ਨੂੰ ਕੈਸ਼ ਕੀਤਾ ਜਾ ਸਕਦਾ ਸੀ ਜਿਹੜਾ ਨਹੀਂ ਹੋ ਪਾਇਆ? नहीं अभी ਹੁਣੇ ब्रिगेडियर साहब ने मुझे कहा और मैं उन्होंने नाल बिल्कुल सहमत हाँ कि जिहड़ी ये मिस्टेकन आइडेंटिटी है जो सोचते हैं कि सरदार जी है तो टेररिस्ट होएगा कि ये जिहादी होएगा कुछ,
ਉਹ ਇੱਕ ਬਹੁਤ ਗੰਭੀਰ ਮੁੱਦਾ ਹੈ। ਉਹਨੂੰ ਇਹਦੇ ਨਾਲ ਕਿ ਪਰੇਡ ਨਾਲ ਜੋੜ ਕੇ ਦੇਖਣਾ ਬਿਲਕੁਲ ਗਲਤ ਬਾਤ ਹੈ। ਉਹਦੇ ਵਾਸਤੇ ਸਾਡੀ सरकार नरेंद्र भाई मोदी जी के नेतृत्व में बहुत सीरियसली सोचती है और हर प्लेटफॉर्म पे वो गल उठाई जा सकती है। बट इस डिबेट में कि ए परेड में हिस्सा नहीं ले पाए तो वो मिस्टेकन आइडेंटिटी ਨੂੰ क्लियर कर सकते थे। नो दूसरा कि एक टीए बटालियन कट दी सी हो सकता है क्योंकि अब की बार परेड का पीरियड दो आवर्स तो लेके पहले 120 मिनट का परेड का ये टाइम होंदा सी। अब की बार ड्यू टू सर्टेन रीजंस सिक्योरिटी रीजंस बिकॉज फ्रांस के प्रेसिडेंट साहब आए हुए थे और आईएसआई की जो प्रॉब्लम सी परेड का टाइम 90 मिनट कर दिता सी गया सी। तो उस वक्त एक फ्रांस की टुकड़ी लेके वो टीए सिख कोई भी इंटेंशन गवर्नमेंट दी या मिनिस्ट्री ऑफ होम दी रही कि वो अनगेली कर दी सी। और मिस्टेकन आइडेंटिटी यस ए सीरियस मैटर। ठीक है उसके बारे सिरसा में साहब, हमारी सिरसा सरकार साहब कुछ बहुत कहना चाहते हैं संजीदगी नाल सोच विचार सिरसा साहब कुछ कह रहे हैं। ਦੇਖੋ ਹਰਪ੍ਰੀਤ ਜੀ, ਆਪਾਂ ਬਾਰ-ਬਾਰ ਉਸੇ ਮੁੱਦੇ ਤੇ ਆਉਨੇ ਆ। ਆਪਾਂ ਹਰ ਫਰੰਟ ਤੇ ਫੇਲ ਹੋਏ ਇਸ ਮਾਮਲੇ ਅੰਦਰ। ਜਦੋਂ ਕੋਈ ਵਿਦੇਸ਼ੀ ਮਹਿਮਾਨ ਆਉਂਦਾ ਹੈ ਨਾ, ਉਹਦਾ ਇੱਥੋਂ ਤੱਕ ਧਿਆਨ ਕੀਤਾ ਜਾਂਦਾ ਹੈ ਕਿ ਉਹਦੇ ਖਾਣ ਪੀਣ ਤੱਕ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਉਹਦੇ ਤਰੀਕੇ ਦੇ ਨਾਲ ਉਸ ਕੰਟਰੀ ਦੀ ਡਿਸ਼ਸ ਨੂੰ ਵੀ ਪਰੋਸਿਆ ਜਾਵੇ। ਉਹਦੀਆਂ ਹਰ ਉਹ ਛੋਟੀ-ਛੋਟੀ ਚੀਜ਼ ਦਾ ਆਪਾਂ ਧਿਆਨ ਰੱਖਦੇ ਹਾਂ। ਬਿਲਕੁਲ ਇਹ ਡਿਪਲੋਮੈਸੀ ਆ। ਆਪਾਂ ਡਿਪਲੋਮੈਸਿਕ ਫਰੰਟ ਤੇ ਵੀ ਆਪਾਂ ਫੇਲ ਹੋ ਗਏ ਆ। ਜਦੋਂ ਆਪਾਂ ਨੂੰ ਇਹ ਪਤਾ ਹੈ ਕਿ ਆਪਣਾ ਇੰਨਾ ਵੱਡਾ ਮੁੱਦਾ ਏ, ਉਸ ਮੁੱਦੇ ਨੂੰ ਅੱਜ ਇੱਕ ਸੁਨਹਿਰੀ ਮੌਕਾ ਸੀ ਉਹਨੂੰ ਪੇਸ਼ ਕਰਨ ਦਾ, ਆਪਾਂ ਉਸ ਮੁੱਦੇ ਤੋਂ ਵੀ ਫੇਲ ਹੋ ਗਏ। ਜਦੋਂ ਆਪਾਂ ਇਹ ਮੰਨ ਕੇ ਚੱਲਦੇ ਪਏ ਆ ਕਿ ਜਦੋਂ ਇੱਕ 90 ਮਿੰਟ ਦੀ ਕੀਤੀ ਗਈ ਔਰ ਇਹ ਵੀ ਮੰਨ ਕੇ ਚੱਲਦੇ ਆ ਕਿ ਫਰਾਂਸ ਦੀ ਟੁਕੜੀ ਨੂੰ ਕੇਵਲ ਇਸ ਕਰਕੇ ਪਾਇਆ ਗਿਆ ਕਿ ਸਿੰਬੋਲਿਕ ਤੌਰ ਤੇ ਇੱਕ ਮੈਸੇਜ ਦਿੱਤਾ ਜਾ ਰਿਹਾ ਸੀਗਾ ਕਿ ਫਰਾਂਸ ਦੇ ਰਾਸ਼ਟਰਪਤੀ ਮੌਜੂਦ ਨੇ, ਇਸ ਕਰਕੇ ਫਰਾਂਸ ਦੀ ਸੈਨਾ ਵੀ ਜਿਹੜੀ ਆ ਉਹ ਪਰੇਡ ਅੰਦਰ ਆ। ਤੇ ਫਿਰ ਆਪਾਂ ਆਪਣੇ ਤੋਂ ਕਿਤਨਾ ਇੰਨੀ ਵੱਡੀ ਭੁੱਲ ਹੋ ਗਈ ਕਿ ਜਿੰਨਾ ਵੱਡਾ ਮੁੱਦਾ ਆਪਣਾ ਇੰਨਾ ਵੱਡਾ ਦਸਤਾਰ ਦਾ ਮੁੱਦਾ ਕੋਈ ਅੱਜ ਦਾ ਨਹੀਂ ਚੱਲਦਾ ਪਿਆ, ਕੋਈ ਇਹ ਨਹੀਂ ਸੀ ਕੋਈ ਨਵੀਂ ਗੱਲ ਰਾਈਸ ਹੋਈ ਸੀਗੀ। ਇੰਨਾ ਵੱਡਾ ਇਸ਼ੂ ਸੀਗਾ ਔਰ ਉਸ ਇਸ਼ੂ ਨੂੰ ਸੋਲਵ ਕਰਨ ਵਾਸਤੇ ਇੱਕ ਬਹੁਤ ਵੱਡੀ ਪਹਿਲ ਹੋਣੀ ਸੀਗੀ ਜਦੋਂ ਆਪਾਂ ਉਹਨਾਂ ਨੂੰ ਦੱਸਣ ਚ ਕਾਮਯਾਬ ਹੁੰਦੇ। ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਇਹਦੇ ਅੰਦਰ ਗੱਲ ਆ, ਤੁਸੀਂ ਵਿਸ਼ਵ ਭਰ ਦੇ ਅੰਦਰ ਇਹ ਮੈਸੇਜ ਖਾਲੀ ਫਰਾਂਸ ਵਾਸਤੇ ਹੀ ਨਹੀਂ ਸੀਗਾ। ਅੱਜ ਵਿਸ਼ਵ ਭਰ ਦੇ ਅੰਦਰ ਕਿਉਂਕਿ ਇੱਕ ਜਦੋਂ ਫਰਾਂਸ ਦਾ ਰਾਸ਼ਟਰਪਤੀ ਬੈਠਾ ਸੀਗਾ, ਵਿਸ਼ਵ ਭਰ ਦੇ ਅੰਦਰ ਤੁਸੀਂ ਬਾਕੀ ਜਦੋਂ ਲੋਕ ਦੇਖ ਰਹੇ ਨੇ, ਵਿਸ਼ਵ ਭਰ ਦੇ ਅੰਦਰ ਤੁਸੀਂ ਸਿੱਖ ਟੁਕੜੀ ਦੇ ਬਾਰੇ ਜਦੋਂ ਜਾਣਕਾਰੀ ਦਿੰਦੇ ਜੇ ਔਰ ਉਹਦੇ ਬਾਰੇ ਚ ਉਹਦੇ ਪੜ੍ਹਿਆ ਜਾਂਦਾ ਹੈ ਉਹਨਾਂ ਦੇ ਬਾਰੇ ਚ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੇ ਅਵਾਰਡ ਮਿਲੇ ਔਰ ਇਹਨਾਂ ਦੀ ਪਿਛੋਕੜ ਕੀ ਆ, ਇਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਅਵਾਰਡ ਔਰ ਕਿਸ ਤਰੀਕੇ ਔਰ ਇਹਨਾਂ ਦੀਆਂ ਬਹਾਦਰੀਆਂ ਦੇ ਬਾਰੇ ਚ ਦੱਸਿਆ ਜਾਂਦਾ ਹੈ। ਇਹ ਇੱਕ ਬਹੁਤ ਵੱਡਾ ਸੁਨਹਿਰੀ ਮੌਕਾ ਹੁੰਦਾ ਹੈ 26 ਜਨਵਰੀ ਦੇ ਸਮੇਂ ਦੇ ਉੱਤੇ। ਇਸ ਮੌਕੇ ਦੇ ਉੱਤੇ ਵੀ ਸਾਡੀ ਪਲੈਨਿੰਗ ਤੋਂ ਵੀ ਅਸੀਂ ਫੇਲ ਹੋਏ ਆ, ਅਸੀਂ ਪਲੈਨਿੰਗ ਦੇ ਪੱਖੋਂ ਵੀ ਫੇਲ ਹੋਏ ਆ, ਅਸੀਂ ਡਿਪਲੋਮੈਟਿਕ ਪੱਖੋਂ ਵੀ ਅਸੀਂ ਫੇਲ ਹੋਏ ਆ। ਸੋ ਇੱਕ ਤਰੀਕੇ ਦੇ ਨਾਲ ਸਰਕਾਰ ਇਸ ਸਣਿਆ ਦੇਣ ਚ ਫੇਲ ਹੋਈ ਆ। ਸੋ ਇੱਥੋਂ ਇੱਕ ਗੱਲ ਹੋਰ ਵੱਡੀ ਸਮਝ ਕੇ ਆਉਂਦੀ ਆ, ਜਾਂ ਤੇ ਸਰਕਾਰ ਇਸ ਮੁੱਦੇ ਨੂੰ ਲੈ ਕੇ ਸੰਜੀਦਗੀ ਨਹੀਂ ਸੀ ਸਰਕਾਰ ਦੇ ਮਨ ਦੇ ਅੰਦਰ, ਔਰ ਅਗਰ ਸੀ ਤੇ ਫਿਰ ਡਿਪਲੋਮੈਟਿਕ ਤਰੀਕੇ ਦੇ ਨਾਲ ਆਪਾਂ ਫੇਲ ਹੋ ਗਏ। ਸੋ ਆਪਾਂ ਹਰ ਤਰੀਕੇ ਦੇ ਨਾਲ ਕਿਸੇ ਵੀ ਤਰੀਕੇ ਸਾਬਤ ਨਹੀਂ ਕਰ ਸਕਦੇ ਕਿ ਸਾਡੀ ਇਹ ਮੂਵ ਜਿਹੜੀ ਸੀ ਇਹ ਠੀਕ ਸੀਗੀ, ਇਹਨੂੰ ਕੋਈ ਸਾਬਤ ਨਹੀਂ ਕੀਤਾ ਜਾ ਸਕਦਾ। ਦੂਜੀ ਗੱਲ ਜਿਹੜਾ ਰਿਜੂ ਜੀ ਨੇ ਬਿਆਨ ਦਿੱਤਾ ਹੈ, ਇਹ ਮੈਂ ਸਮਝਦਾ ਕਿ ਬਹੁਤ ਹੀ ਮੈਂ ਕਹੂੰਗਾ ਕਿ ਸਾਡੇ ਵਾਸਤੇ ਘੱਟੋ ਘੱਟ ਜਿਹਨੂੰ ਕਹਿ ਦੋ ਨਾ ਕਿ ਮੰਦਭਾਗਾ ਬਿਆਨ ਆ। ਇਹ ਕਹਿ ਦੇਣਾ ਕਿ ਇਹ ਜਿਹੜੇ ਆ ਇਹਨੂੰ ਦੇਖਿਆ ਗਿਆ ਕਿ ਸੁੰਦਰਤਾ ਬਣੇ, ਯਾਰ ਇਹ ਵੀ ਕੋਈ ਕਹਿਣ ਦੀ ਗੱਲ। ਦੁਨੀਆ ਦੇ ਅੰਦਰ ਜਿਸ ਬਟਾਲੀ ਜਿਸ ਪਰੇਡ ਦੇ ਅੰਦਰ ਜਾਂ ਜਿਸ ਵੀ ਕਿਸੇ ਜਗ੍ਹਾ ਦੇ ਅੰਦਰ ਸਿੱਖ ਅਗਰ ਮਾਰਚ ਕਰ ਰਿਹਾ ਹੋਵੇ, ਯਾਰ ਉਦੋਂ ਬਾਅਦ ਕੋਈ ਸ਼ੋਭਾ ਦੀ ਵੀ ਗੱਲ ਘਟ ਰਹਿ ਜਾਂਦੀ ਆ। ਸੁੰਦਰਤਾ ਦੇ ਅੰਦਰ ਅਗਰ ਚਾਰ ਚਾਂਦ ਲਗਾਉਣੇ ਨੇ ਤੇ ਸਿੱਖ ਦੀ ਦਸਤਾਰ ਸੁੰਦਰਤਾ ਦੇ ਅੰਦਰ ਚਾਂਦ ਦੀ ਕਮੀ ਰਹਿ ਜਾ ਸਕਦੀ ਆ। ਇਹ ਕਹਿ ਦੇਣਾ ਇਹ ਆਪਣੇ ਆਪ ਦੇ ਵਿੱਚ ਇੱਕ ਮੰਦਭਾਗਾ ਬਿਆਨ ਜ਼ਰੂਰ ਹੋ ਸਕਦਾ। ਠੀਕ ਹੈ ਸਿਰਸਾ ਸਾਹਿਬ, ਆਵਾਂਗੇ ਜ਼ਰੂਰ ਇਸ ਗੱਲ ਤੇ ਵੀ ਗੱਲਬਾਤ ਕਰਾਂਗੇ। ਇੱਕ ਛੋਟੇ ਜਿਹੇ ਬ੍ਰੇਕ ਲਈ ਸਾਨੂੰ ਹੋਰ ਰੁਕਣ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਜਦੋਂ ਆਵਾਂਗੇ ਇਸ ਮੁੱਦੇ ਤੇ ਵੀ ਗੱਲਬਾਤ ਕਰਾਂਗੇ ਕਿ ਹੁਣ ਜਦੋਂ ਅਸੀਂ ਇਹ ਗੱਲ ਕਹਿੰਦੇ ਆ ਕਿ ਜਦੋਂ ਸਾਡੀ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਵੱਖ-ਵੱਖ ਮੁੱਦੇ ਸਿੱਖ ਇਸ਼ੂਜ਼ ਜਿਹੜੇ ਨੇ ਉਹ ਬਾਹਰਲੇ ਮੁਲਕਾਂ ਦੇ ਨਾਲ ਉਠਾਏਗੀ, ਔਰ ਜਦੋਂ ਇੱਕ ਅਜਿਹਾ ਸੁਨਹਿਰੀ ਮੌਕਾ ਜਿਹੜਾ ਘਰ ਬੈਠੇ ਬਿਠਾਏ ਮੌਕਾ ਮਿਲਦਾ ਉਸ ਨੂੰ ਗਵਾ ਦਿੰਦੇ ਆ ਔਰ ਉਸ ਤੋਂ ਬਾਅਦ ਉਸ ਨੂੰ ਮੰਨਣ ਲਈ ਵੀ ਤਿਆਰ ਨਹੀਂ, ਇਹ ਆਪਣੇ ਆਪ ਦੇ ਵਿੱਚ ਕਈ ਸ਼ੰਕੇ ਮਨਾਂ ਦੇ ਵਿੱਚ ਪੈਦਾ ਜ਼ਰੂਰ ਕਰਦਾ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਰੇ ਦਰਸ਼ਕਾਂ ਦਾ। ਸਿੱਖ ਰੈਜੀਮੈਂਟ ਐਬਸੈਂਟ ਸਾਡੀ ਖਾਸ ਪੇਸ਼ ਮਾਫ ਕਰਨਾ ਜਾਰੀ ਹੈ ਔਰ ਹਰਚਰਨ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ, ਸਾਰੇ ਮਹਿਮਾਨ ਜੁੜੇ ਹੋਏ ਨੇ। ਹਰਚਰਨ ਸਿੰਘ ਜੀ, ਸਾਡੇ ਕੋਲ ਟਾਈਮ ਥੋੜਾ ਹੀ ਰਹਿ ਗਿਆ, ਕੁਝ ਕਹਿ ਰਹੇ ਸੀ ਤੁਸੀਂ ਡਿਬੇਟ ਦੇ ਵਿੱਚ, ਮੈਂ ਤੁਹਾਡੇ ਤੋਂ ਹੀ ਜਾਣਨਾ ਚਾਹੁੰਦਾ। ਗੱਲ ਇਹ ਕਿ ਮੈਂ ਸਵਰੀਆ ਸਾਹਿਬ ਨੂੰ ਇੱਕ ਬੇਨਤੀ ਕਰਨੀ ਹੈ ਜੀ। ਇੱਕ ਸਵਾਲ ਉੱਠਿਆ ਕਿ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦਾ ਵੀ ਸਾਨੂੰ ਇਸ ਗੱਲ ਦਾ ਫਾਇਦਾ ਹੋਣਾ ਸੀਗਾ। ਗੱਲ ਹੈ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਉਸ ਨਾਲ ਜੋੜਨਾ ਨਹੀਂ ਚਾਹੀਦਾ। ਉਹ ਸਵਰੀਆ ਸਾਹਿਬ, ਸਾਡਾ ਮਤਲਬ ਤਾਂ ਕਹਿਣ ਦਾ ਲੋਕਾਂ ਦੇ ਮੇਰੇ ਵੀਰਾਂ ਦਾ ਇਹ ਹੈ
ਕਿ ਜਦੋਂ ਦੁਨੀਆ ਹਿੰਦੁਸਤਾਨ ਦੀ ਰਿਪਬਲਿਕ ਡੇ ਪਰੇਡ ਨੂੰ ਵੇਖਦੀ ਏ ਤਾਂ ਉਹ ਸਮਝਦੇ ਨੇ ਕਿ ਸਿੱਖ ਕੀ ਨੇ, ਸਿੱਖ ਤੇ ਬਾਕੀ ਉਹਨਾਂ ਜਹਾਦੀਆਂ ਦਾ ਫਰਕ ਕੀ ਹੈ, ਜਿਹਦੀ ਵਜ੍ਹਾ ਕਰਕੇ ਸਿੱਖ ਵੈਸਟਰਨ ਕੰਟਰੀ ਦੇ ਵਿੱਚ ਖਾਸ ਕਰਕੇ USA ਕੈਨੇਡਾ ਦੇ ਵਿੱਚ ਉਹਨਾਂ ਨੂੰ ਤਕਲੀਫ ਆ ਰਹੀ ਹੈ। ਅਸੀਂ ਤਾਂ ਮਤਲਬ ਇਹ ਕਿ ਅਸੀਂ ਇਹਨੂੰ ਉਸ ਨਾਲ ਜੋੜਨਾ ਨਹੀਂ ਚਾਹਦਾ। ਅਸੀਂ ਜੋੜਨਾ ਕਿੱਥੇ ਚਾਹੁੰਦੇ ਹਾਂ? ਅਸੀਂ ਤਾਂ ਕਹਿਣਾ ਚਾਹੁੰਦਾ ਸੀ ਇਸੇ ਗੱਲ ਕਰਕੇ ਇੱਕ ਸਾਨੂੰ ਐਕਸਪਲੇਨੇਸ਼ਨ ਕਰਨ ਦਾ ਮੌਕਾ ਮਿਲ ਜਾਂਦਾ। ਤੇ ਅਸਲੀ ਗੱਲ ਤੇ ਇਹ ਸੀ ਕਿ ਫਰਾਂਸ ਦੇ ਰਾਸ਼ਟਰਪਤੀ ਇੱਥੇ ਨੇ, ਸਾਡਾ ਐਡਾ ਵੱਡਾ ਮੁੱਦਾ ਸੀ, ਤੁਸੀਂ ਸਾਡਾ ਮੁੱਦਾ ਹੱਥੋਂ ਖਵਾ ਦਿੱਤਾ ਹੈ, ਇਹ ਮੌਕਾ ਖਵਾ ਦਿੱਤਾ ਹੈਗਾ। ਤੁਸੀਂ ਕਹੋ ਵੀ ਚਲੋ ਗਲਤੀ ਹੋ ਗਈ ਹੈ, ਅਣਗੋਲੀ ਗਲਤੀ ਹੋ ਗਈ ਹੈ, ਬੇਸਮਝੀ ਨਾਲ ਹੋ ਗਈ ਹੈ, ਉਹਨੂੰ ਮੰਨਣ ਦੀ ਬਜਾਏ ਤੁਸੀਂ ਗੱਲ ਨੂੰ ਦੂਜੇ ਪਾਸੇ ਲਈ ਜਾਂਦੇ ਹੋ। ਸਾਰੀ ਸਿੱਖ ਕੌਮ ਤਾਂ ਇਹ ਮਹਿਸੂਸ ਕਰਦੀ ਹੈ ਕਿ ਐਡੀ ਵੱਡੀ ਗੱਲ ਸਾਡੇ ਹੱਥੋਂ ਨਿਕਲ ਗਈ। ਫਰਾਂਸ ਦਾ ਰਾਸ਼ਟਰਪਤੀ ਵੇਖਦਾ ਕਿ ਇੱਥੇ 400 ਸਿੱਖ ਕਿਵੇਂ ਪਰੇਡ ਕਰਦੇ ਨੇ, ਉੱਥੇ ਉਹਨਾਂ ਦੀ ਐਕਸਪਲੇਨੇਸ਼ਨ ਹੁੰਦੀ ਕਿ ਇਹਨੇ ਬਹਾਦਰੀ ਨਾਲ ਗੈਲੈਂਟਰੀ ਅਵਾਰਡ ਜਿੱਤੇ ਨੇ, ਜਿਵੇਂ ਬ੍ਰਿਗੇਡੀਅਰ ਕਾਹਲੋਂ ਨੇ ਤੇ ਸਾਨੀ ਸਾਹਿਬ ਨੇ ਵੀ ਦੱਸਿਆ ਹੈਗਾ। ਸਾਡਾ ਮਤਲਬ ਤਾਂ ਇੰਨਾ ਸੀ, ਤੁਸੀਂ ਗੱਲ ਨੂੰ ਮੈਂ ਨਾ ਮੰਨੂ ਵਾਲੀ ਗੱਲ ਤੇ ਕਾਹਨੂੰ ਕਹੀ ਜਾਂਦੇ? ਠੀਕ ਹੈ ਸਾਵਰੀਆ ਸਾਹਿਬ ਵੀ ਤਾਂ ਜਵਾਬ ਦੇ ਰਹੇ ਨੇ, ਸਾਵਰੀਆ ਸਾਹਿਬ ਜਵਾਬ ਦੇ ਰਹੇ ਨੇ, ਫਿਰ ਆਪਾਂ ਸ਼ੁਰੂ ਕਰਦੇ ਜੀ। ਸਾਵਰੀਆ ਸਾਹਿਬ ਤਿਆਰ ਹੈ ਜੀ ਨਾ, ਮੈਂ ਹੁਣ ਹੱਥ ਜੋੜ ਕੇ ਬੇਨਤੀ ਨਾਲ ਸੈਕਟਰੀ ਜਨਰਲ ਸਾਹਿਬ ਨੂੰ ਕਹਿੰਦਾ ਕਿ ਇੱਥੇ ਮੈਂ ਫਿਰ ਇਹਨਾਂ ਨੂੰ ਰਿਕੁਐਸਟ ਕਰਕੇ ਕਹਿੰਦਾ ਕਿ ਇਹ ਪਰੇਡ ਹੀ ਇੱਕ ਮੱਧਮ ਨਹੀਂ ਹੋਣਾ ਚਾਹੀਦਾ ਕਿ ਸਿੱਖ ਦੀ ਕੌਮ ਦੀ ਬਹਾਦਰੀ ਨੂੰ ਦਿਖਾਉਣ ਵਾਸਤੇ। ਪਰ ਇੱਕ ਤਾਂ ਹੋ ਸਕਦਾ 15 ਮਿੰਟ ਦਾ ਜਾਂ 5 ਮਿੰਟ ਦਾ ਉੱਥੇ ਰਾਸ਼ਟਰਪਤੀ ਸਿੱਖ ਕੌਮ ਦੀ ਜਿਹੜੀ ਬਹਾਦਰੀਆਂ ਨੇ, ਸਿੱਖ ਕੌਮ ਦੇ ਜਿਹੜੇ ਅਚੀਵਮੈਂਟ ਨੇ ਇੰਡੀਆ ਵਿੱਚ ਹੀ ਨਹੀਂ ਸਾਰੇ ਵਰਲਡ में। ਹੁਣੇ ਮੇਰੇ ਛੋਟੇ ਭਾਈ ਨੇ ਦੱਸਿਆ ਕਿ ਫਰਾਂਸ ਕੇ ਇੰਡੀਪੈਂਡੈਂਸ ਵਿੱਚ 80,000 ਸੈਕਰੀਫਾਈਸ ਜਿਨ੍ਹਾਂ ਨੇ ਕੀਤੇ, ਉਹ ਚੀਜ਼ਾਂ ਕਿੱਥੇ ਵੀ ਅਣਗਹਿਲੀ ਨਹੀਂ ਹੋ ਸਕਦੀ। ਮੈਂ ਫਿਰ ਹੱਥ ਜੋੜ ਕੇ ਇਹਨਾਂ ਨੂੰ ਕਹਿੰਦਾ ਕਿ ਅਣਗਹਿਲੀ ਨਹੀਂ ਹੋਈ, ਇਟਸ ਅ ਪਾਰਟ ਆਫ ਰੂਟੀਨ ਕੰਮ ਹੋਇਆ, ਇਹਨੂੰ ਜਰਾ ਦਿਲ ਤੇ ਨਾ ਲਾਓ। ਠੀਕ ਹੈ ਕਾਲੋ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ? ਸਿੱਖ ਰੈਜੀਮੈਂਟ ਨੂੰ, ਸਾਰੇ ਸਿੱਖ ਕੌਮ ਨੂੰ ਕਿ ਉਹ ਇੰਨੀ ਸੈਕਰੀਫਾਈਸ ਕੀਤੇ ਰਹੇ। ਹਰਪ੍ਰੀਤ ਜੀ ਪਰ ਇੱਕ ਗੱਲ ਦੇਖੋ, ਮੈਂ ਕਾਲੋ ਸਾਹਿਬ ਇੱਕ ਮਿੰਟ ਦੇਣਾ ਚਾਹੂੰਗਾ। ਹਰਪ੍ਰੀਤ ਜੀ ਆਪਾਂ ਇਹ ਕਹਿੰਦੇ ਆ ਕਿ ਇਹੀ ਇੱਕ ਮਾਧਿਅਮ ਨਹੀਂ ਸੀ, ਪਰ ਇਹ ਮਾਧਿਅਮ ਨਹੀਂ ਸੀ ਹੋਰ ਕਿ ਆਪਾਂ ਇਸਤੇਮਾਲ ਕੋਈ ਨਹੀਂ ਕੀਤਾ, ਇਹਨੂੰ ਆਪਾਂ ਇਸਤੇਮਾਲ ਕਰਨਾ ਨਹੀਂ ਚਾਹੁੰਦੇ। ਇਹਦਾ ਮਤਲਬ ਹੋ ਗਿਆ ਕਿ ਆਪਣੇ ਵਿਜ਼ਨ ਅੰਦਰ ਅਜੇ ਤੱਕ ਇੱਕ ਗੱਲ ਨਹੀਂ ਆ ਰਹੀ ਕਿ ਜਦੋਂ ਆਪਾਂ ਮੰਨਦੇ ਹੀ ਨਹੀਂ ਪਏ ਅਜੇ ਵੀ ਕਿ ਆਪਣੇ ਤੋਂ ਭੁੱਲ ਹੋਈ ਆ, ਇਹਦਾ ਮਤਲਬ ਆਪਾਂ ਗਾਂਹ ਵੀ ਭੁੱਲ ਸੁਧਾਰਨ ਨੂੰ ਤਿਆਰ ਨਹੀਂ। ਪਹਿਲੀ ਗੱਲ। ਦੂਜੀ ਗੱਲ, ਅਗਰ ਇਹ ਮਾਧਿਅਮ ਨਹੀਂ ਸੀ ਤੇ ਕਿਹੜਾ ਮਾਧਿਅਮ ਸੀ ਜਿਹਨੂੰ ਆਪਾਂ ਇਸਤੇਮਾਲ ਕੀਤਾ? ਹੋਰ ਆਪਾਂ ਮਾਧਿਅਮ ਨੂੰ ਕਿਸੇ ਨੂੰ ਇਸਤੇਮਾਲ ਨਹੀਂ ਕਰਦੇ। ਆਪਾਂ ਇਹ ਵੀ ਕਹੀ ਜਾਂਦੇ ਜੀ ਬੜੀ ਛੋਟੀ ਚੀਜ਼ ਸੀ, ਜੇ ਛੋਟੀ ਸੀ ਤਾਂ ਆਪਾਂ ਵੱਡੀ ਪੇਸ਼ ਕਰ ਦਿੰਦੇ, ਪਰ ਆਪਾਂ ਪੇਸ਼ ਤੇ ਕਰਦੇ ਛੋਟੀ। ਜਿਹੜੀ ਅਸੀਂ ਕਹਿੰਦੇ ਸਾਡੀ ਛੋਟੀ ਪੇਸ਼ ਕਰ ਦੋ, ਉਹਨੂੰ ਤੁਸੀਂ ਮੰਨਣ ਨੂੰ ਤਿਆਰ ਨਹੀਂ, ਵੱਡੀ ਦੀ ਤੁਸੀਂ ਗੱਲ ਕਰਨ ਨੂੰ ਤਿਆਰ ਨਹੀਂ, ਫਿਰ ਕਰਨਾ ਕਿਹੜਾ ਚਾਹੁੰਦੇ ਜੇ? ਫਿਰ ਇਹ ਤਾਂ ਦੱਸ ਦਿਓ ਕਿ ਅਸੀਂ ਵੱਡੀ ਕਿਹੜੀ ਪੇਸ਼ ਕਰਨੀ, ਕਦੋਂ ਕਰਨੀ। ਕਾਲੋ ਸਾਹਿਬ ਕੁਝ ਕਹਿਣਾ? ਅਸੀਂ ਵੱਡੀ ਤਰੀਕ ਸਿੱਖ ਕੌਮ ਦੀ ਆ ਵਾਲੀ ਵੱਡੀ ਤਰੀਕ ਫਲਾਣੀ ਤਰੀਕ ਨੂੰ ਅਸੀਂ ਪੇਸ਼ ਕਰਨਾ ਚਾਹ ਰਹੇ ਹਾਂ, ਉਹ ਦੱਸ ਦਿਓ ਤੁਸੀਂ। ਜੀ ਕਾਲੋ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ ਇਹਦੇ ਚ ਐਡ ਆਨ ਕਰ ਰਹੇ ਨੇ? ਇਹ ਗੱਲ ਇਹ ਵੇ ਕਿ ਹਰਪ੍ਰੀਤ ਜੀ ਜਿਹੜੇ ਰਾਜ ਮੰਤਰੀ ਦਾ ਇਹ ਕਹਿਣਾ ਕਿ ਸਾਰਿਆਂ ਨੂੰ ਮੌਕਾ ਨਹੀਂ ਮਿਲਦਾ, ਉਹਦੇ ਨਾਲ ਤੇ ਅਸੀਂ ਸਹਿਮਤ ਹਾਂ, ਸਾਰਿਆਂ ਨੂੰ ਮੌਕਾ ਨਹੀਂ ਮਿਲਦਾ। ਪਰ ਜਿਹੜਾ ਦੂਸਰਾ ਪੱਖ ਹੈ ਕਿ ਉਹਨੀ ਸੁੰਦਰਤਾ ਵਧਾਉਣ ਵਾਸਤੇ ਉਹ ਇੱਕ ਕੰਪੈਟ ਕਰਨ, ਸੁੰਦਰਤਾ ਕਿਦਾਂ? ਜੇ ਪਰੇਡ ਦੀ ਹੀ ਗੱਲ ਕਰਨੀ ਹੈ ਤਾਂ ਸਭ ਤੋਂ ਵੱਧ ਸੁੰਦਰਤਾ ਵਾਲੀ ਪਿਛਲੇ ਸਾਲ ਜੇ ਕੋਈ ਰੈਜੀਮੈਂਟ ਉੱਥੇ ਚੁਣੀ ਗਈ ਉਹ ਸਿੱਖ ਰੈਜੀਮੈਂਟ ਸੀ। ਇਸ ਵਾਸਤੇ ਜੇ ਸੁੰਦਰਤਾ ਹੀ ਪੇਸ਼ ਕਰਨੀ ਹੈ, ਜੇ ਉਹਦਾ ਸਰੂਪ ਪੇਸ਼ ਕਰਨਾ ਹੈ ਤੇ ਉਹ ਕਾਹਦੇ ਕਰਕੇ ਸੀ? ਉਹ ਦਸਤਾਰ, ਉਹਦੀ ਪਰੇਡ, ਉਹਦੀ ਸ਼ਾਨ, ਉਹਦੀ ਆਨ, ਉਹਦੀ ਬਾਨ, ਉਹਦੀਆਂ ਸੈਕਰੀਫਾਈਸਸ ਕਰਕੇ ਉਹ ਸਮੁੱਚੇ ਤੌਰ ਤੇ ਉਹਨੂੰ ਸਭ ਤੋਂ ਅਵਲ ਨੰਬਰ ਮਿਲਿਆ। ਤੇ ਇਹ ਕਹਿ ਦੇਣਾ ਉੱਥੇ ਸਾਡਾ ਇਹ ਨਹੀਂ ਹੈਗਾ, ਸਾਡਾ ਮਤਲਬ ਇਹ ਵੇ ਕਿਉਂਕਿ ਦਸਤਾਰ ਨਾਲ ਜੁੜਿਆ ਮਸਲਾ ਹੈ, ਇਸ ਵਾਸਤੇ ਇਹ ਮੌਕਾ ਜਿਹੜਾ ਸੀ ਗਵਾ ਦਿੱਤਾ, ਨਹੀਂ ਸੀ ਗਵਾਉਣਾ ਚਾਹੀਦਾ। ਪੂਰੇ ਵਿਸ਼ਵ ਭਰ ਚ ਸੰਦੇਸ਼ ਜਾਂਦਾ, ਕਿਉਂਕਿ ਪ੍ਰਧਾਨ ਮੰਤਰੀ ਸਾਰਿਆਂ ਦੇ ਸਾਂਝੇ ਨੇ, ਕੋਈ ਪਾਰਟੀ ਦੇ ਨਹੀਂ, ਕਿਸੇ ਹੋਰ ਦੇ ਨਹੀਂ। ਤੇ ਇਸ ਵਾਸਤੇ ਮੁੱਦਾ ਵੀ ਕੌਮੀ ਮੁੱਦਾ ਹੈ। ਇਹ ਮੁੱਦਾ ਸਿਰਫ ਕੌਮੀ ਮੁੱਦਾ ਨਹੀਂ, ਮੈਂ ਸਮਝਦਾ ਇੱਕ ਵਰਲਡ, ਇੱਕ ਵਿਸ਼ਵ ਭਰ ਚ ਮੁੱਦਾ ਬਣ ਚੁੱਕਿਆ ਹੈ। ਇਸ ਵਾਸਤੇ ਇਹ ਕੌਮਾਂਤਰੀ, ਇਹ ਵਰਲਡ ਭਰ ਦੇ ਵਿੱਚ ਇਹਦੀ ਚਰਚਾ ਹੋ ਰਹੀ ਹੈ। ਇਸ ਵਾਸਤੇ ਇਹ ਮੌਕਾ ਜਿਹੜਾ ਹੈ ਔਰ ਹਰਪ੍ਰੀਤ ਜੀ ਅੱਗੇ ਗੱਲ ਹੋਰ ਸਮਝ ਲਿਓ ਜੀ, ਜੇਕਰ ਆਪਾਂ ਖਾਲੀ ਮੁੱਦਾ, ਖਾਲੀ ਇਹੀ ਮੁੱਦਾ ਨਹੀਂ ਗਵਾਇਆ, ਜਦੋਂ ਆਪਾਂ ਇਸ ਮੁੱਦੇ ਨੂੰ ਗਵਾ ਲਿਆ ਔਰ ਜੇ ਵਿਸ਼ਵ ਭਰ ਚ ਜਦੋਂ ਇਹਦੀ ਅੱਜ ਚਰਚਾ ਹੋ ਰਹੀ ਆ ਤੇ ਕਿਤੇ ਕਿਤੇ ਆਪਾਂ ਫਰਾਂਸ ਦੇ ਲੋਕਾਂ ਨੂੰ ਇਹ ਸੁਣਿਆ ਦੇਣ ਚ ਕਾਮਯਾਬ ਹੋ ਗਏ ਆ ਬਈ ਜਿਨ੍ਹਾਂ ਦੀ ਇੰਪੋਰਟੈਂਸ ਉੱਥੇ ਖੁਦ ਦੇ ਮੁਲਕ ਅੰਦਰ ਨਹੀਂ, ਉਹਨਾਂ ਦੀ ਇੰਪੋਰਟੈਂਸ ਨੂੰ ਆਪਾਂ ਉੱਥੇ ਕਿਵੇਂ ਮੰਨਣ ਨੂੰ ਤਿਆਰ ਕਰਾ ਲਾਂਗੇ ਉਹਨਾਂ ਨੂੰ। ਸੋ ਇਹ ਵੀ ਇਸ ਮੁੱਦੇ ਤੇ ਵੀ ਅਸੀਂ ਫੇਲ ਹੋਏ ਆ। ਸੋ ਮੈਂ ਫੇਰ ਕਹਿ ਦਿਆਂ ਕਿ ਡਿਪਲੋਮੈਟਿਕ ਲੈਵਲ ਤੇ ਵੀ ਆਪਾਂ ਬਹੁਤ ਵੱਡਾ ਆਪਣਾ ਫੇਲੀਅਰ ਹੋਇਆ ਏ। ਔਰ ਫੇਰ ਮੈਂ ਜ਼ਰੂਰ ਕਹੂੰਗਾ ਛਾਬੜੀ ਸਾਹਿਬ ਨੂੰ ਕਿ ਜਦੋਂ ਆਪਾਂ ਮੰਨੀ ਜਾ ਰਹੇ ਬੜੀ ਛੋਟੀ ਗੱਲ ਸੀ, ਵੱਡੀ ਕਿੱਦਣ ਤੈਅ
ਕਰਨੀ ਘੱਟੋ ਘੱਟ ਹੋਣੀ, ਆਪਾਂ ਨੂੰ ਸੁਧਾਰ ਕੇ ਵੱਡੀ ਚੀਜ਼ ਪੇਸ਼ ਕਰੀ। ਉਹ ਕਿੱਦਣ ਤੈਅ ਕਰਨੀ ਉਹ ਤੁਸੀਂ ਤੈਅ ਕਰੋ ਔਰ ਉਹਨੂੰ ਪੇਸ਼ ਕਰੋ ਕਿ ਇਹਦਾ ਵੱਡੀ ਸਿੱਖਾਂ ਦੀ ਗੱਲ ਨੂੰ ਠੀਕ ਕਿਵੇਂ ਹੈ, ਪੇਸ਼ ਇੱਕ ਕੀਤਾ ਜਾ ਸਕਦਾ ਆਖਰੀ ਕਮੈਂਟ ਤਾਂ ਕਿ ਸਾਵਰੀਆ ਫਰਾਂਸ ਦੇ ਸਾਹਿਬ, ਮੁੱਦੇ ਨੂੰ ਔਰ ਸਾਵਰੀਆ ਇਸ ਦਸਤਾਰ ਦੇ ਮੁੱਦੇ ਨੂੰ ਸੁਲਝਾਇਆ ਜਾ ਸਕੇ। ਠੀਕ ਹੈ ਸਾਵਰੀਆ ਸਾਹਿਬ, ਆਖਰੀ ਕਮੈਂਟ ਅਸੀਂ ਤੁਹਾਡੇ ਤੋਂ ਜ਼ਰੂਰ ਚਾਹਾਂਗੇ ਔਰ ਜੇਕਰ ਤੁਸੀਂ ਵੱਡਾ ਹਿਰਦਾ ਰੱਖ ਕੇ ਤੁਸੀਂ ਇਹ ਸੋਚੋ ਇੱਕ ਵੱਡੇ ਲੈਵਲ ਤੇ ਦੇਖੋ। ਨੂੰ ਕਹਿੰਦਾ ਕਿ ਇਹ ਕਹਿੰਦੇ ਕਿ ਜੀ ਡਿਪਲੋਮੇਸੀ ਵਿੱਚ ਅਸੀਂ ਫੇਲ ਹੋ ਗਏ ਕਿ ਜੀ ਅਸੀਂ ਉਹ ਜਦੋਂ ਕੋਈ ਵੀਆਈਪੀ ਆਂਦਾ ਬਾਹਰ ਤੋਂ ਉਹਦੀ ਕੰਟਰੀ ਦਾ ਖਾਣਾ ਖਿਲਾਉਂਦੇ ਨੇ। ਮੈਂ ਇਹਨਾਂ ਦੇ ਨੋਟਿਸ ਤੇ ਲਿਆਣਾ ਚਾਹੁੰਦਾ, ਜਦੋਂ ਪ੍ਰੈਜ਼ੀਡੈਂਟ ਸਾਹਿਬ ਇੱਥੇ ਸਾਡੇ ਚੰਡੀਗੜ੍ਹ ਆਏ ਤੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਵੀ ਉਹਨਾਂ ਨੂੰ ਖਿਲਾਈ ਸੀ, ਉਹਨੂੰ ਬੜੇ ਸਵਾਦ ਨਾਲ ਖਾਧੀ ਸੀ। ਇਹੀ ਨਹੀਂ ਕਹਿ ਰਹੇ ਸਿੱਖ ਪੇਸ਼ ਕਰਨੇ ਸੀ, ਨਹੀਂ ਇਹੀ ਸਾਡਾ ਸਵਾਲ ਆ। ਕਹਿਣ ਦਾ ਮਤਲਬ ਕਿ ਇਹ ਹੋਇਆ ਜਿਵੇਂ ਮੱਕੀ ਦੀ ਰੋਟੀ ਡਿਪਲੋਮੇਸੀ ਤੇ ਕੋਈ ਨਹੀਂ ਫੇਲ ਪੇਸ਼ ਕਰਨੇ ਚਾਹੀਦੇ ਦੂਸਰੀ ਸੀ। ਬ੍ਰਿਗੇਡੀਅਰ ਸਾਹਿਬ ਇਹ ਕਹਿੰਦੇ ਕਿ ਸਾਡੇ ਮਾਨਨੀय ਗ੍ਰਹਿ ਮੰਤਰੀ ਜੀ ਨੇ ਕਿਹਾ ਕਿ ਜੀ ਖੂਬਸੂਰਤੀ एक्चुअली उन्होंने ये कहा सी कंपैक्ट बनाने वास्ते 90 मिनट उनका थोड़ा कोई स्टेटमेंट का मैं कह नहीं पाता, मैंने सुना नहीं है। तो खूबसूरती सरदारां दी भी खूबसूरती, सिखां दी भी खूबसूरती और दूसरे जवान ने खूबसूरती बराबर है। मैं फिर आखिर विच यही कहना चाहता, हाथ जोड़ के बेनती करदा सैकटरी जनरल साहब नूं कि साडी वेरियोरिटी सिख रेजिमेंट दी कोई ਉਹਨੂੰ कोताही नहीं है और कोई जानबूझ के अनगहली नहीं की, कोई मौका नहीं असी गवाया इस परेड ਦੇ ਵਿੱਚ ਸਿੱਖ ਰੈਜੀਮੈਂਟ ਨੂੰ ਨਾ ਲੈਣ ਦੇ ਕਰ ਦੇ ਰੂਟੀਨ ਦਾ ਕੰਮ ਸੀ। ਠੀਕ ਹੈ, ਪਰ ਇੱਕ ਸਵਾਲ ਜੀ ਤੁਸੀਂ ਫਿਰ ਵੀ ਕਹਿੰਦੇ ਸੀ ਮੌਕਾ ਕੋਈ ਨਹੀਂ ਗਵਾਇਆ, ਇਸ ਤੋਂ ਵੱਡਾ ਕਿਹੜਾ ਮੌਕਾ ਸੀ ਤੁਹਾਡੇ ਕੋਲ ਹੋਰ? ਤੁਸੀਂ ਕਹਿੰਦੇ ਮੌਕਾ ਨਹੀਂ ਗਵਾਇਆ। ਠੀਕ ਹੈ, ਔਰ ਇੱਕ ਬਿਲਕੁਲ ਦੁਬਾਰਾ ਪਾਇਆ ਵੀ ਨਹੀਂ ਜਾ ਸਕਦਾ। ਪ੍ਰੋਬਲਮ ਇਹ ਆ ਕਿ ਇਸ ਨੂੰ ਦੁਬਾਰਾ ਪਾਇਆ ਵੀ ਨਹੀਂ ਜਾ ਸਕਦਾ, ਇਸ ਲਈ ਮੌਕਾ ਦੁਬਾਰਾ ਲਿਆਇਆ ਵੀ ਨਹੀਂ ਜਾ ਸਕਦਾ। ਇੱਕ ਐਸਾ ਮੌਕਾ ਸੀ ਜਿਸ ਨੂੰ ਦੁਬਾਰਾ ਦੇਸ਼ ਦੇ ਪੇਸ਼ ਔਰ ਦੁਨੀਆ ਦੇ ਪੇਸ਼ ਕੀਤਾ ਹੀ ਨਹੀਂ ਜਾ ਸਕਦਾ। ਇੰਨਾ ਵੱਡਾ ਮੌਕਾ ਸੀ। ਚਲੋ ਠੀਕ ਹੈ ਔਰ ਆਪਾਂ ਜੇ ਸਮਝ ਨਹੀਂ ਪਾ ਰਹੇ ਸੀਰੀਅਸਨੈਸ ਨੂੰ ਔਰ ਇੰਨੇ ਵੱਡੇ ਨੁਕਸਾਨ ਨੂੰ, ਇੰਨਾ ਵੱਡਾ ਜਿਹੜਾ ਆਪਣਾ ਪਰ ਤੁਸੀਂ ਹਟਦੇ ਨਹੀਂ ਪਏ ਉਸ ਠੀਕ ਹੈ ਬਹੁਤ ਬਹੁਤ ਧੰਨਵਾਦ, ਬਹੁਤ ਸਾਰੇ ਛੋਟੇ ਭਰਾ ਨੂੰ ਜੀ। ਹਰਚਰਨ ਸਿੰਘ ਜੀ ਸਾਡੇ ਕੋਲ ਟਾਈਮ ਦੀ ਕਮੀ ਹੈ ਸਿਰਸਾ ਸਾਹਿਬ, ਹਰਚਰਨ ਸਿੰਘ ਜੀ ਬਹੁਤ ਬਹੁਤ ਧੰਨਵਾਦ। ਪਰ ਇੱਕ ਗੱਲ ਜ਼ਰੂਰ ਹੈ, ਭਾਵੇਂ ਸਾਵਰੀਆ ਸਾਹਿਬ ਤੁਸੀਂ ਮੰਨੋ ਨਾ ਮੰਨੋ, ਇੱਕ ਮੌਕਾ ਤਾਂ ਖੁੰਝ ਗਿਆ ਹੱਥੋਂ ਔਰ ਉਹ ਮੌਕਾ ਵਾਪਸ ਨਹੀਂ ਆ ਸਕਦਾ, ਕਿਉਂਕਿ ਜਦੋਂ ਕਿਸੇ ਦੇਸ਼ ਦੀ ਪ੍ਰਤਿਸ਼ਠਾ ਤੁਸੀਂ ਦਿਖਾਣੀ ਹੈ, ਉਸ ਦੇਸ਼ ਦਾ ਮਾਣ ਸਨਮਾਨ ਦਿਖਾਣਾ ਹੈ ਔਰ ਘਰ ਆਏ ਮਹਿਮਾਨ ਦੇ ਅੱਗੇ ਤੁਸੀਂ ਉਹ ਚੀਜ਼ਾਂ ਜ਼ਰੂਰ ਪੇਸ਼ ਕਰਦੇ ਹੋ ਜਿਹੜੀਆਂ ਤੁਹਾਡੇ ਕੌਮ ਦੀ ਔਰ ਤੁਹਾਡੇ ਦੇਸ਼ ਦੀ ਇੱਕ ਅਜਿਹੀ ਚੀਜ਼ ਹੋਵੇ ਜਿਹਦੇ ਤੇ ਤੁਸੀਂ ਮਾਣ ਕਰ ਸਕੋ। ਔਰ ਸ਼ਾਇਦ ਉਹ ਅਜਿਹਾ ਮੌਕਾ ਪੂਰੀ ਦੁਨੀਆ ਦੇ ਵਿੱਚ ਇੱਕ ਵੱਡਾ ਸੁਨੇਹਾ ਜਾਂਦਾ, ਮਿਸਟੇਕਨ ਆਈਡੀ ਦੇ ਜਿਹੜੇ ਕੇਸਿਸ ਹੁੰਦੇ ਨੇ ਉਹਨਾਂ ਦੇ ਵਿੱਚ ਸ਼ਾਇਦ ਰੋਕ ਲੱਗ ਪਾਉਂਦੀ। ਸੋ ਇਹ ਸੀ ਸਾਡੀ ਖਾਸ ਵਿਚਾਰ ਚਰਚਾ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।